1 ਵਜੇ ਤੋਂ ਕਰਫਿਊ ਸ਼ੁਰੂ ਹੋ ਜਾਂਦਾ, ਸਵੇਰੇ 5 ਵਜੇ ਤੋਂ ਲੈ ਕੇ 1 ਵਜੇ ਤੱਕ ਬਾਜ਼ਾਰਾਂ 'ਚ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ। ਜਿਮ ਜਿਹੜਾ ਇਹ ਕਾਰੋਬਾਰ ਹੈ, ਇਹ ਕਿਉਂ ਜ਼ਰੂਰੀ ਨਹੀਂ ਲੱਗਿਆ ਕਿ ਜਿਮ ਵਾਲਿਆਂ ਦੇ ਪਰਿਵਾਰ ਨਹੀਂ ਹੁੰਦੇ? ਇੱਕ ਪਾਸੇ ਤੋਂ ਤੁਸੀਂ ਕਹਿੰਦੇ ਹੋ ਕਿ ਇਮਿਊਨਿਟੀ ਜਿਹੜੀ ਤੁਸੀਂ ਬੂਸਟ ਕਰੋ ਉਹ ਬਿਨਾਂ ਐਕਸਰਸਾਈਜ਼ ਤੋਂ, ਬਿਨਾਂ ਚੰਗੀ ਡਾਈਟ ਤੋਂ ਕਿਵੇਂ ਹੋ ਸਕਦੀ ਹੈ। ਤੇ ਜੇ ਲੋਕ ਜਿਮ ਚਲਾਉਂਦੇ ਨੇ, ਉਹਦੇ ਵਿੱਚ ਐਕਸਰਸਾਈਜ਼ ਕਰਦੇ ਨੇ, ਡਾਈਟ ਚੰਗੀ ਖਾਣਗੇ ਤਾਂ ਹੀ ਨਾ ਜੋ ਉਹਨਾਂ ਦਾ ਕਾਰੋਬਾਰ ਚੱਲੂਗਾ। ਤੇ ਨਹੀਂ ਤੇ ਫਿਰ ਆਟਾ ਹੀ ਖਾਣਾ, ਉਹ ਵੀ ਜਿਹੜਾ ਮਤਲਬ ਸਰਕਾਰ ਦੇ ਦੇਗੀ ਤੇ ਖਾ ਲਾਂਗੇ। ਕਿਵੇਂ ਇਮਿਊਨਿਟੀ ਬੂਸਟ ਹੋਊਗੀ? ਕਿਵੇਂ ਕਰੋਨਾ ਨਾਲ, ਮਤਲਬ ਇੱਕ ਪਾਸੇ ਕਹਿੰਦੇ ਹੋ ਕਿ ਕਰੋਨਾ ਨਾਲ ਲੜਨਾ, ਡਰਨਾ ਨਹੀਂ, ਤੇ ਲੜਨਾ ਕਿਹਦੇ ਨਾਲ? ਡੰਡਾ ਫੜ ਕੇ ਥੋੜੀ ਲੜਿਆ ਜਾਣਾ ਕਰੋਨਾ ਦੇ ਨਾਲ। 150 ਮੌਤ ਹੋਈ ਸ਼ਰਾਬ ਦੇ ਨਾਲ। ਉਸ ਤੋਂ ਬਾਅਦ ਵੀ ਸ਼ਰਾਬ ਨਹੀਂ ਬੰਦ ਕੀਤੀ ਗਈ। ਇਹਨਾਂ ਦਾ ਗਿਲਾ ਬਿਲਕੁਲ ਜਾਇਜ਼ ਸੀਗਾ। ਇਹਨਾਂ ਦਾ ਕੀ, ਹਰ ਬੱਚਾ ਕਹਿ ਰਿਹਾ ਕਿ ਸ਼ਾਮ ਨੂੰ ਸਾਡੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਨੇ, ਤੁਸੀਂ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਨੇ। ਸ਼ਰਾਬ ਵਾਲਿਆਂ ਨੂੰ ਇੰਨੀਆਂ ਜ਼ਿਆਦੀਆਂ ਸਹੂਲਤਾਂ, ਇਹੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੈਂ ਸੂਬਾ ਨਸ਼ਾ ਮੁਕਤ ਕਰਨਾ, ਤੇ ਅੱਜ ਕਹਿ ਰਹੇ ਆ ਮੇਰਾ ਸੂਬਾ ਹੀ ਸਾਰਾ ਨਸ਼ੇ ਦੇ ਸਿਰ ਤੇ ਚੱਲ ਰਿਹਾ। ਇਸ ਤੋਂ ਬਾਅਦ ਕਈ ਪ੍ਰਾਈਵੇਟ ਟੀਚਰ ਸੁਸਾਈਡ ਕਰਨਗੇ, ਕਈ ਰੈਸਟੋਰੈਂਟ ਵਾਲੇ ਜਿਹਦੇ ਸਿਰ ਤੇ ਕਰਜ਼ਾ ਚੜ ਜਾਣਾ, ਜਿਹਦੇ ਘਰ ਲੈਣਦਾਰਾਂ ਨੇ ਆ ਕੇ ਉਹਦੇ ਘਰ ਨੂੰ ਤਾਲੇ ਲਾਣੇ ਨੇ, ਉਹਦੇ ਕੋਲ ਹੱਲ ਕੀ ਹੈ ਮਰਨ ਤੋਂ ਬਿਨਾਂ? ਇਹ ਵੀ ਸਰਕਾਰ ਦੱਸੇ ਨਾ। ਸਰਕਾਰ ਧਿਆਨ ਹੀ ਕਿਸੇ ਪਾਸੇ ਨਹੀਂ ਦੇ ਰਹੀ। ਇੱਕ ਬੱਸ ਹੈ, 20 ਫੁੱਟ ਦੀ ਬੱਸ ਹੈ, ਉਹਦੇ ਵਿੱਚ 50 ਬੰਦੇ ਬੈਠੇ ਨੇ। ਇੱਕ ਜਹਾਜ਼ ਹੈ 50 ਫੁੱਟ ਦਾ, ਉਹਦੇ ਵਿੱਚ 300 ਬੰਦਾ ਬੈਠਾ ਹੈ, ਤੇ ਐਡਾ ਵੱਡਾ ਜਿਮ ਹੈ, ਉਹਦੇ ਵਿੱਚ 20 ਬੰਦੇ ਨਹੀਂ ਆ ਸਕਦੇ। ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਵੋਟਾਂ ਦਾ ਖਹਿੜਾ ਛੱਡੋ, ਅਜੇ ਆਪਣੇ ਹੱਕਾਂ ਲਈ ਜਾਗਰੂਕ ਤੇ ਹੋ। ਲੁਧਿਆਣੇ ਦੀ 15-20 ਲੱਖ ਦੀ ਆਬਾਦੀ ਹੋਣੀ ਹੈ, ਕੀ ਮਤਲਬ ਤੁਹਾਡੇ ਉੱਤੇ 10,000 ਪੁਲਿਸ ਭਾਰੀ ਹੈ, 4,000? ਤੁਸੀਂ ਕਿਉਂ ਨਹੀਂ ਆਪਣੇ ਹੱਕ, ਅਸੀਂ ਕੋਈ ਮਤਲਬ ਸਮੈਕ ਵੇਚਣੀ, ਅਸੀਂ ਕੋਈ ਫੀਮ ਵੇਚਣੀ ਹੈ, ਆਪਣੇ ਹੱਕਾਂ ਲਈ ਅਸੀਂ ਸੜਕਾਂ ਤੇ ਕਿਉਂ ਨਹੀਂ ਆਉਂਦੇ? ਪੰਜਾਬ ਦਾ ਨੌਜਵਾਨ ਐਡਾ ਮਤਲਬ ਜੁਝਾਰੂ ਤੇ ਇੰਨੇ ਚੰਗੇ ਲੋਕ ਨੇ, ਆਪਣੀ ਜਵਾਨੀ ਬਚਾਉਣ ਲਈ ਭੀਖ ਮੰਗ ਰਹੇ ਨੇ ਕਿ ਸਾਡੀ ਜਵਾਨੀ ਬਚਾ ਦਿਓ ਯਾਰ। ਤੇ ਸਰਕਾਰ ਕੀ ਕਹਿੰਦੀ ਹੈ? ਨਹੀਂ, ਠੇਕੇ ਖੁੱਲੇ ਨੇ, ਬਾਕੀ ਕੋਈ ਕਾਰੋਬਾਰ ਜਿਮ ਨਹੀਂ ਖੋਲਣਗੇ। ਮਤਲਬ ਅਨਪੜ੍ਹ ਰਹੋ, ਨਸ਼ੇੜੀ ਰਹੋ, ਤੁਹਾਨੂੰ ਇੰਨੀ ਅਕਲ ਹੀ ਨਾ ਆ ਸਕੇ ਕਿ ਤੁਸੀਂ ਸਾਡੀਆਂ ਸਾਜ਼ਿਸ਼ਾਂ ਨੂੰ ਸਮਝ ਸਕੋ, ਸਾਨੂੰ ਸਵਾਲ ਕਰ ਸਕੋ, ਸਾਡੀਆਂ ਚਾਲਾਂ ਨੂੰ ਸਮਝ ਸਕੋ। ਸਾਡੀ ਇੱਕ ਪੀੜ੍ਹੀ ਦਾ ਨਾਸ ਹੋ ਰਿਹਾ, ਸਾਡੀ ਇੱਕ ਪੀੜ੍ਹੀ ਖਰਾਬ ਹੋ ਚੁੱਕੀ ਹੈ। ਮਤਲਬ ਅੱਗੋਂ ਵੀ ਇਹਨੂੰ ਕੋਈ ਕਾਬੂ ਕਰਨ ਦਾ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਸਿਆਸਤ ਦਾ ਹਿੱਸਾ ਬਣੋ। ਜਿੰਨਾ ਚਿਰ ਤੁਸੀਂ ਕੋਈ ਵਧੀਆ ਬਦਲ ਨਹੀਂ ਲੈ ਕੇ ਆਉਂਦੇ, ਜਿੰਨਾ ਚਿਰ ਤੁਸੀਂ ਆਪ ਨਹੀਂ ਇਹ ਸਾਰਾ ਕੁਝ ਸੋਚਦੇ, ਇਸ ਚੀਜ਼ ਦੇ ਉੱਤੇ ਵਿਚਾਰ ਨਹੀਂ ਕਰਦੇ, ਤੇ ਫਿਰ ਇਹਨਾਂ ਲੋਕਾਂ ਕੋਲੋਂ ਕੀ ਆਸ ਕਰਦੇ ਹੋ? ਕਿੰਨੀ ਕੁ ਵਾਰੀ ਦਿਨ 'ਚ ਅਸੀਂ ਮਾਸਕ ਯੂਜ਼ ਐਂਡ ਥਰੋ ਕਰ ਸਕਦੇ ਹਾਂ, ਫਿਰ ਹੀ ਬਚ ਸਕਦੇ ਹਾਂ ਨਾ। ਬਚਿਆ ਹੀ ਨਹੀਂ ਜਾ ਸਕਦਾ। ਸਾਡੇ ਲੋਕਾਂ ਦੇ ਉੱਤੇ ਸਿਰਫ ਡੰਡਾ ਜਿਹੜਾ ਪੀਰ ਬਣਾ ਕੇ ਰੱਖਿਆ ਹੋਇਆ, ਜੋ ਸਾਨੂੰ, ਜਿਵੇਂ ਅਸੀਂ ਭੇਡਾਂ ਵਾਂ, ਬੱਕਰੀਆਂ ਵਾਂ, ਡੰਗਰ ਆ, ਸਾਨੂੰ ਜਿੱਧਰ ਨੂੰ ਮਰਜ਼ੀ ਹਿੱਕ ਦਿੰਦੇ ਨੇ ਤੇ ਉੱਧਰ ਨੂੰ ਅਸੀਂ ਅਰਬਾਂ ਖਰਬਾਂ ਰੁਪਈਆਂ ਦੀ ਦੌਲਤ ਕੁਝ ਘਰਾਣੇ ਕਮਾ ਰਹੇ ਨੇ, ਔਰ ਇਹ ਗਰੀਬ ਲੋਕ ਜਿਹੜੇ ਮਿਡਿਓਕਰ ਲੋਕ ਨੇ ਉਹ ਤਰਸ ਰਹੇ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ, ਆਪਣੇ ਰੁਜ਼ਗਾਰ ਲਈ, ਆਪਣੇ ਰਾਸ਼ਨ ਲਈ। ਕਈ ਚੰਗੇ ਘਰਾਂ ਦੇ ਲੋਕ, ਉਹਨਾਂ ਨੇ ਮਜਬੂਰੀਆਂ ਦੱਸੀਆਂ ਕਿ ਭਾਜੀ ਇੰਨੇ ਲੋਨ ਸੀ, ਸਾਨੂੰ ਪੜ੍ਹਦੇ ਨਾ ਰਾਸ਼ਨ ਫੜਾ ਦਿਓ। ਮਤਲਬ ਸਾਡੇ ਲੋਕਾਂ ਨੂੰ ਤੁਸੀਂ ਮੰਗਤੇ ਬਣਾ ਕੇ ਰੱਖ ਦਿੱਤਾ। गरीब लहरों पे बिठाए जाते हैं पहरे और समंदरों की तलाशी कोई नहीं लेता। मतलब वड्डे लोग इन्हों फंड्स देंदे ने, इन्हां दे नाल मिले हुए ने, पॉलिटिशियन भाईवाल ने, ब्यूरोक्रेट भाईवाल ने। वो सुसाइड नहीं मैं मानता। तुसी लोग क्यों नहीं प्रोटेस्ट करते, तुसी लोग क्यों नहीं मतलब आवाज़ चुकते? जिहड़े इस सिस्टम वालों ते सरकार वालों कीता गया कतल है। अज लानत पाउणी इन्हां नूं मैं आया, मैनूं तो पता भी नहीं हलका किहड़ा है, इत्थों MLA कौन है, इत्थों काउंसलर कौन है। मेरा मकसद को हर थां तो वोटां लैण दा नहीं है। एक मुहिम मैं जरूर चला के रखदा कि लोग जागरूक ते होण यार, अपने हक्कां लई लड़न ते सही ना। मैं देखिया इन्हां नूं प्रोटेस्ट करदे कि मतलब नंगे पिंडे प्रोटेस्ट कर रहे सी, थालियां खड़का रहे सी। किन्नी गिणती सीगे? 10 20 50 100 150 लोग सीगा। यही चलन 10,000 बंदा। मैं फिर कॉल करना तुहानूं, आओ किसी दिन। एक दिन दे विच सरकार ने नोटिफिकेशन जारी किया, दोबारा गाइडलाइन जारी की सी। जो मैं विआहां दे उत्ते बोलिया सी कि शादियां नहीं होण दे रहे, तुसीं अपनी स्ट्रेंथ क्यों नहीं विखाउंदे? यही लोग ने जिहड़े 5-5 वोटां लई तुहाडीਆਂ जुत्तियां चट्टण तक जांदे ने। मेरे कल्ले नाल तो कुछ नहीं होना, तुहाडे माध्यम नाल कुछ नहीं होना जिन्ना चिर ये लोग आप इकट्ठे नहीं होणगे। मतलब किसी थां दे उत्ते ये नहीं कि मनदीप सिंह मन्ने नूं आउण दी लोड़ पवे, किसी थां दे उत्ते सुमन होणां नूं आउण दी लोड़ पवे। जदों ये लोग अपनी आवाज़ खुद बननी शुरू कर देणगे तो सारे मसले हल हो जाणगे। उन्हें कल्ले ने शहादत नहीं दित्ती, वो गया शरीरक पक्षों। पंजाब दे जिन्ने जिम वाले आ वो जहेनी पक्षों मर चुके आ। कल्ला शरीर दा जाना नहीं हुंदा, इन्हां ने छड्डिया की आ? सानू दिमागी तौर पर साडियां आत्मा तक नूं मारता। कल्ला सानू नहीं मारिया, साडियां फैमिलियां साडे नाल जुड़े हुए जिन्ने भी साडे रोजगार जिहड़े साडे इंप्लॉय सी सब नूं मारता। पहलां ने मारी किसानी, हुण मारिया पंजाब दी जवानी। पहलां आपां सुणदे सी किसान सुसाइड करदे सी, तां तुहाडे सामणे आ भलवान सुसाइड करदी है।
ਦੇਖੋ ਅਸੀਂ ਸੁਣਦੇ ਸੀਗੇ ਕਿ ਮਤਲਬ 70 ਸਾਲ ਤੋਂ ਸਾਡੇ ਤੇ ਰਾਜ ਹੋ ਗਿਆ, ਕੰਪਿਊਟਰਸ ਆ ਗਏ, ਇਹ ਹੋ ਗਿਆ, ਬੜਾ ਮਤਲਬ ਇੰਡੀਆ ਡਿਜੀਟਲ ਇੰਡੀਆ ਹੋ ਗਿਆ। ਅੱਜ ਮੈਂ ਕਰੋਨਾ ਦੀ ਮਿਹਰਬਾਨੀ ਹੈ ਕਿ ਉਹਨੇ ਇਹਨਾਂ ਦਾ ਸਿਸਟਮ ਸਾਡੇ ਲੋਕਾਂ ਕੋਲੋਂ ਤੋਂ ਨੰਗਾ ਹੋਇਆ ਨਹੀਂ, ਰੈਲੀਆਂ ਕਰ ਕਰਕੇ ਉਹਨੇ ਨੰਗਾ ਕਰ ਦਿੱਤਾ ਕਿ ਤੁਹਾਡੇ ਪੱਲੇ ਕੁਝ ਨਹੀਂ ਹੈਗਾ। ਇਹੀ ਤੇ ਸਰਕਾਰ ਚਾਹੁੰਦੀ ਹੈ, ਨਾ ਇੱਥੇ ਪੜ੍ਹੇ ਲਿਖੇ ਬੱਚੇ ਰਹਿਣ, ਨਾ ਇੱਥੇ ਇਨਕਲਾਬੀ ਬੱਚੇ ਰਹਿਣ, ਨਾ ਇੱਥੇ ਜ਼ਮੀਰ ਵਾਲੇ ਲੋਕ ਰਹਿਣ। ਜ਼ਮੀਰ ਮਰੇ ਲੋਕ ਉਹਨਾਂ ਨੂੰ ਚਾਹੀਦੇ ਨੇ ਕਿ ਅਖੀਰ ਦੇ ਵਿੱਚ ਵੋਟਾਂ ਦੇ ਵਿੱਚ ਆਉਣ, ਔਰ ਇਹੋ ਲੋਕ ਸਾਡੇ ਮਤਲਬ ਇੱਥੇ ਜਦੋਂ ਕੋਈ ਐਮਐਲਏ ਦੀ ਇਲੈਕਸ਼ਨ ਲੜਨ ਆਉਂਦਾ ਪਾਰਟੀਆਂ ਲੋ ਤੇ ਉਹਨੂੰ ਜੱਪੀਆਂ ਪਾਉਂਦੇ ਫਿਰਦੇ ਨੇ ਤੇ ਉਹਨੂੰ ਚਾਹਾਂ ਪਿਆਉਂਦੇ ਫਿਰਦੇ ਨੇ। ਡੈਮੋਕ੍ਰੇਸੀ ਨਾਂ ਦੀ ਹੈ ਸਾਡੇ। ਇਹ ਸਵਾਲ ਕਰਨਗੇ, ਇਹ ਸਵਾਲ ਕਰਨਗੇ ਇੱਥੇ ਤੇ ਇਹਨਾਂ ਵੱਲ ਸਵੇਰੇ ਮਤਲਬ ਉਹ ਭੇਜ ਦਿੱਤੇ ਜਾਣਗੇ ਸੇਲ ਟੈਕਸ ਵਾਲੇ, ਇਹਨਾਂ ਦੇ ਮਕਾਨ ਦਾ ਨਕਸ਼ਾ ਵੇਖਣ ਵਾਲੇ ਭੇਜ ਦਿੱਤੇ ਜਾਣਗੇ ਕਿ ਐਮਐਲਏ ਨੂੰ ਸਵਾਲ ਕੀਤਾ। ਸਾਡੇ ਹਾਲਾਤ ਇਹ ਨੇ, ਅਸੀਂ ਗੁਲਾਮ ਆ। ਸਾਡੇ ਨਾਲੋਂ ਅੰਗਰੇਜ਼ਾਂ ਦਾ ਰਾਜ ਜ਼ਿਆਦਾ ਚੰਗਾ ਸੀਗਾ। ਉਹ ਕੁਝ ਤਬਕੇ ਨੂੰ ਪਰੇਸ਼ਾਨ ਕਰਦੇ ਸੀ, ਜਾਂ ਮਤਲਬ ਉਹ ਕਰਪਸ਼ਨ ਤਾਂ ਨਹੀਂ ਸੀ ਨਾ ਕਰਦੇ। ਮਤਲਬ ਸਾਨੂੰ ਪਤਾ ਤਾਂ ਲੱਗਦਾ ਸੀ ਨਾ ਵੀ ਕੀ ਆ ਰਿਹਾ ਸਾਡੇ ਪੰਜਾਬ ਤੇ ਸਾਡੇ ਦੇਸ਼ 'ਚ ਕੀ ਲੱਗ ਰਿਹਾ। ਇੱਥੇ ਜੇ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ ਮੈਂ ਘਰ ਦੇ ਵਿੱਚ ਆਪਣੇ ਬੱਚੇ ਪਾਲਣ ਲਈ ਕਰਿਆਨੇ ਦੀ ਦੁਕਾਨ ਵੀ ਕਰਨੀ ਹੋਵੇ ਨਾ, ਮੈਂ ਮਤਲਬ ਦਾਲ ਆਟਾ ਹੀ ਵੇਚਣਾ ਹੋਵੇ, ਤੇ ਜਿੰਨੀ ਦੇਰ ਤੱਕ ਮੈਂ ਕਿਸੇ ਕਾਉਂਸਲਰ ਨੂੰ, ਜਿੰਨੀ ਦੇਰ ਤੱਕ ਮੈਂ ਕਿਸੇ ਐਮਐਲਏ ਐਮਪੀ ਨੂੰ ਸਲਾਮ ਨਹੀਂ ਕਰਦਾ, ਤੇ ਮੈਂ ਘਰ 'ਚ ਕਰਿਆਨਾ ਵੀ ਨਹੀਂ ਵੇਚ ਸਕਦਾ। ਨੌਕਰੀ ਲੈਣ ਲਈ 4-5 ਤਰੀਕੇ ਦੇ ਟੈਸਟ ਨਹੀਂ, ਔਰ ਸਿਆਸਤਦਾਨ ਬਣਨਾ ਕਿੱਡਾ ਔਖਾ, ਨੇਤਾ ਬਣਨਾ ਕਿੱਡਾ ਔਖਾ। ਇੱਕ ਸਿੰਪਲ ਜਿਹਾ ਫਾਰਮੂਲਾ ਹੈ ਕਿ ਅੱਜ ਤੁਸੀਂ ਇੱਥੇ ਆਏ ਹੋ, ਤੁਸੀਂ ਗਲੀ ਗਲੀ ਸਵੇਰੇ ਸੋਸ਼ਲ ਮੀਡੀਆ ਦੇਖੋ। ਅੱਜ ਕੱਲ੍ਹ ਤੇ ਹਰ ਘਰ ਦੇ ਵਿੱਚ ਮਤਲਬ ਤੁਸੀਂ ਐਕਟਿਵ ਹੋ, 4-4 ਫੋਨ ਨੇ, ਅਖਬਾਰ ਆਉਂਦੀ ਹੈ। ਆਪਣੇ ਲਾਗੇ ਚਾਗੇ ਦਾ ਕੋਈ ਇਸ਼ੂ ਦੇਖੋ, ਉੱਥੇ ਡਟ ਕੇ ਖੜੇ ਹੋ ਜਾਓ ਜਾ ਕੇ, ਤੇ ਤੁਸੀਂ ਨੇਤਾ ਹੋ ਸਮਾਜ ਦੇ। ਬੱਚੇ ਸਾਡੇ ਕੀ ਕਰਨਾ ਪਸੰਦ ਕਰਦੇ ਆ ਕਿ 2 ਘੰਟੇ ਫਲਾਣੀ ਗਲੀ ਬਾਹਰ ਖਲੋ ਜਾਂਦੇ ਆ, ਉਹ ਪਾਰਕ 'ਚ ਤਾਸ਼ ਖੇਡ ਲੈਂਦੇ ਆ, ਉੱਥੇ ਚਲੇ ਜਾਂਦੇ ਆ। ਮਤਲਬ ਸਮਾਜ ਨੂੰ ਸੇਧ ਦੇਣ ਵਾਲਾ ਕੰਮ ਜਾਂ ਇਹਦੀ ਗਵਾਹੀ ਦੇਣ ਵਾਲਾ ਕਰਨ ਵਾਲਾ ਕੰਮ ਨਹੀਂ ਕਰਦੇ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਮੇਰੇ ਨਾਲ ਮਨਦੀਪ ਸਿੰਘ ਮੰਨਾ ਮੌਜੂਦ ਨੇ। ਉਹਨਾਂ ਦੇ ਨਾਲ ਜਿਹੜੇ ਮਾਯੂਸ ਪਿਤਾ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਸਕਰੀਨਸ ਤੇ, ਹੱਥ ਦੇ ਵਿੱਚ ਆਪਣੇ ਪੁੱਤਰ ਦੀ ਤਸਵੀਰ ਫੜ ਕੇ ਪੰਜਾਬ ਸਰਕਾਰ ਤੋਂ ਇਨਸਾਫ ਮੰਗ ਰਹੇ ਨੇ। ਹਾਲਾਂਕਿ ਇਸ ਬੱਚੇ ਨੇ ਆਤਮ ਹੱਤਿਆ ਕੀਤੀ ਹੈ, ਸਲਫਾਜ਼ ਦੀਆਂ 3 ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ, ਕਿਉਂਕਿ ਕੈਪਟਨ ਸਰਕਾਰ ਦੀ ਮਿਹਰਬਾਨੀ ਸਦਕਾ ਜਿਮ ਲੰਮੇ ਸਮੇਂ ਤੋਂ ਬੰਦ ਸੀਗੇ। ਜਿਮ ਬੰਦ ਹੋਣ ਕਰਕੇ ਇਸ ਨੌਜਵਾਨ ਦਾ ਆਪਣਾ ਜਿਮ ਸੀਗਾ, ਤੇ ਜਿਮ ਬੰਦ ਹੋਣ ਕਰਕੇ ਜਿਹੜਾ ਸਟ੍ਰੈਸ, ਜਿਹੜਾ ਬੋਝ ਇਸ ਦਿਮਾਗ ਦੇ ਵਿੱਚ ਚੱਲ ਰਿਹਾ ਸੀ, ਉਸ ਬੋਝ ਨੇ ਆਖਿਰਕਾਰ ਇਹ ਕਦਮ ਚੁੱਕਿਆ। ਉਸ ਬੋਝ ਦੇ ਚਲਦੇ ਆਖਿਰਕਾਰ ਇਸ ਨੌਜਵਾਨ ਨੇ ਕਦਮ ਚੁੱਕਿਆ ਤੇ ਆਪਣੇ ਆਪ ਨੂੰ ਖਤਮ ਕਰ ਲਿਆ। ਹਾਲਾਂਕਿ ਮਨਦੀਪ ਸਿੰਘ ਮੰਨਾ ਜ਼ਰੂਰ ਆਏ ਨੇ ਪਰਿਵਾਰ ਦੇ ਨਾਲ ਅਫਸੋਸ ਕਰਨ, ਪਰ ਜੋ ਲਾਸ ਹੋਇਆ ਹੈ, ਜੋ ਉਹ ਅਸੀਂ ਕੋਈ ਵੀ ਪੂਰਾ ਨਹੀਂ ਕਰ ਸਕਦਾ। ਮੈਨੂੰ ਲੱਗਦਾ ਕਿ ਪਰਮਾਤਮਾ ਵੀ ਉਸ ਲਾਸ ਨੂੰ ਪੂਰਾ ਨਹੀਂ ਕਰ ਸਕਦਾ। ਪਰ ਅੱਜ ਪਰਿਵਾਰ ਨੂੰ ਮਿਲਣ ਆਏ ਹੋ ਕਿ ਅਫਸੋਸ ਕਰਨ ਆਏ ਹੋ? ਸਿਆਸੀ ਰੋਟੀਆਂ ਸੇਕੀਆਂ ਜਾਣੀਆਂ ਨੇ, ਸਿਰਫ ਪੰਜਾਬ ਸਰਕਾਰ ਮੁਰਦਾਬਾਦ ਹੋਣੀ ਹੈ, ਜਾਂ ਕੁਝ ਸਪੋਰਟ ਵੀ ਕਰੋਗੇ ਪਰਿਵਾਰ ਦੀ? ਮੈਂ ਕੋਈ, ਤੁਸੀਂ ਸਿਆਸੀ ਰੋਟੀਆਂ ਅਜੇ ਤੇ ਮੇਰਾ ਕੋਈ ਇਲੈਕਸ਼ਨ ਲੜਨ ਦਾ ਮਨ ਹੀ ਨਹੀਂ ਹੈਗਾ, ਤੇ ਮੈਂ ਸਿਆਸੀ ਰੋਟੀਆਂ ਕੀ ਸੇਕਾਂਗਾ। ਔਰ ਸਿਆਸਤ ਜੇ ਬੰਦਾ ਕਰਦਾ, ਤੁਸੀਂ ਬੜੇ ਪੋਲੀਟੀਸ਼ੀਅਨ ਨਾਲ ਤੁਹਾਡਾ ਵਾਹ ਪੈਂਦਾ ਹੈ, ਬੜੀਆਂ ਤੁਸੀਂ ਇੰਟਰਵਿਊਜ਼ ਕਰਦੇ ਹੋ ਸਾਰੇ ਚੈਨਲਸ ਵਾਲੇ, ਫਿਰ ਮੈਨੂੰ ਇੱਕ ਹਲਕੇ ਦੇ ਉੱਤੇ ਫੋਕਸ ਕਰਨਾ ਚਾਹੀਦਾ ਨਾ। ਐਡੀ ਦੂਰ ਮੈਂ 150 ਕਿਲੋਮੀਟਰ ਕਿਉਂ ਲੁਧਿਆਣੇ ਆਵਾਂਗਾ? ਫਿਰ ਤਾਂ ਮੈਨੂੰ ਇੱਕ ਹਲਕਾ ਚੂਜ਼ ਕਰਕੇ ਤੇ ਉਹਦੇ ਉੱਤੇ ਬਹੁਤ ਛੇਤੀ ਮੈਂ ਮਿਹਨਤ ਕਰ ਸਕਦਾ, ਤੇ ਮਤਲਬ ਉੱਥੇ ਮੈਂ ਐਫਰਟ ਵੀ ਜ਼ਿਆਦਾ ਕਰ ਸਕਦਾ ਤੇ ਹੈਲਪ ਵੀ ਜ਼ਿਆਦਾ ਕਰ ਸਕਦਾ। ਮੇਰਾ ਇੱਥੇ ਆਉਣ ਦਾ ਮਕਸਦ ਕਿ ਦੇਖੋ, ਮੈਂ ਪਹਿਲੇ ਦਿਨ ਤੋਂ 23 ਮਾਰਚ ਪਿਛਲੀ ਦਾ ਲੋਕਡਾਊਨ ਜਿਹੜਾ ਹੋਇਆ ਸੀਗਾ, ਉਦੋਂ ਦਾ ਬੋਲਣਾ ਸ਼ੁਰੂ ਕੀਤਾ ਸੀਗਾ ਕਿ ਲੋਕਾਂ ਦੇ ਕੰਮ ਬੰਦ ਨਾ ਕਰੋ। ਲੋਕ ਬਹੁਤ ਪਰੇਸ਼ਾਨ ਨੇ, ਲੋਕਾਂ ਨੇ ਕਰਜ਼ੇ ਲੈ ਲੈ ਕੇ, ਕਿਸੇ ਨੇ ਆਪਣੇ ਹੋਟਲਸ ਬਣਾਏ ਨੇ, ਕਿਸੇ ਨੇ ਰੈਸਟੋਰੈਂਟ ਬਣਾਏ ਨੇ, ਕਿਸੇ ਨੇ ਜਿਮ ਖੋਲ੍ਹੇ ਨੇ। ਉਹ ਬੈਂਕ ਬਿਲਕੁਲ ਵੀ ਕਿਸ਼ਤਾਂ ਕਿਸੇ ਦੀਆਂ ਮਾਫ ਨਹੀਂ ਕਰਦਾ। ਔਰ ਪਿੱਛੇ ਜੇ ਤੁਸੀਂ ਦੇਖਿਆ ਕਿ ਜਿਹੜੀ ਇੰਸਟਾਲਮੈਂਟ ਹੈ ਉਹ ਡਿਲੇ ਕੀਤੀ ਗਈ ਹੈ, ਔਰ ਡਿਲੇ ਕਰਨ ਤੋਂ ਬਾਅਦ ਜਦੋਂ ਖੁੱਲ੍ਹਾ ਹੈ ਪਿਛਲੇ ਮਹੀਨੇ, ਤੇ ਉਹਨਾਂ ਨੇ ਪਿਛਲੇ ਵਿਆਜ ਵੀ ਲਾ ਕੇ ਲੋਕਾਂ ਦੇ ਖਾਤਿਆਂ 'ਚੋਂ ਆਟੋਮੈਟਿਕਲੀ ਜਿਹੜੇ ਪੈਸੇ ਉਹ ਕੱਟ ਲਏ। ਤੇ ਇਹਨਾਂ ਚੀਜ਼ਾਂ ਦੇ ਉੱਤੇ ਸਾਡੇ ਲੋਕਾਂ ਦਾ ਕਾਰੋਬਾਰ ਕਿਉਂ ਬੰਦ ਕੀਤਾ ਗਿਆ? ਪਰ ਰੀਸ ਤੇ ਕਰਦੇ ਹਾਂ ਕਿ ਲੰਡਨ 'ਚ ਲਾਕਡਾਊਨ ਹੋ ਗਿਆ, ਕੈਨੇਡਾ 'ਚ ਲਾਕਡਾਊਨ ਹੋ ਗਿਆ, ਉੱਥੇ ਤੇ ਸਰਕਾਰਾਂ ਲੋਕਾਂ ਦੇ ਖਾਤਿਆਂ 'ਚ ਪੈਸੇ ਪਾ ਰਹੀਆਂ ਨੇ, ਉਹਨਾਂ ਦੇ ਰਾਸ਼ਨ ਦਾ ਬੰਦੋਬਸਤ ਕਰ ਰਹੀਆਂ ਨੇ, ਉਹਨਾਂ ਦਾ ਮੈਡੀਕਲ ਸੇਵਾਵਾਂ ਦਾ ਬੰਦੋਬਸਤ ਕਰ ਰਹੀਆਂ ਨੇ। ਸਾਡੇ ਲੋਕਾਂ ਦੀ ਗਲਤੀ ਕੀ ਹੈ? ਤੁਸੀਂ ਇੱਕ ਚੀਜ਼, ਮੇਰਾ ਇੱਕ ਸਰਕਾਰ ਨੂੰ ਸਵਾਲ ਹੈ, ਮੈਂ ਤੁਹਾਨੂੰ ਵੀ ਕਹਿੰਦਾ ਕਿ ਦੇਖੋ, ਤੁਸੀਂ ਵੀ ਚੈਨਲ ਵਾਲੇ ਹੋ, ਹਰ ਖਬਰ ਨੂੰ ਤੁਸੀਂ ਕਵਰ ਕਰਦੇ ਹੋ। ਮੇਰਾ ਵੀ ਇੱਕ ਮਕਸਦ ਹੁੰਦਾ ਕਿ ਮੈਂ ਇੱਥੇ ਆ ਕੇ, ਮੈਂ ਵੀ ਬੜਾ ਲਾਚਾਰ ਹਾਂ। ਮੈਂ ਨਹੀਂ ਕਿ ਇਹਨਾਂ ਦਾ ਬੇਟਾ ਵਾਪਸ ਲਿਆ ਸਕਦਾ, ਉਹ ਜਿਹੜੀ ਭੈਣ ਹੈ ਉਹਦਾ ਕੋਈ ਮੈਂ ਪਤੀ ਵਾਪਸ ਲਿਆ ਸਕਦਾ, ਉਸ ਬੱਚੀ ਦਾ ਜਿਹੜਾ ਬਾਪ ਵਾਪਸ ਲਿਆ ਸਕਦਾ।
ਪਰ ਕਮ ਸੇ ਕਮ ਇਹ ਜ਼ਮੀਨੀ ਗਰਾਊਂਡ ਦੇ ਹਾਲਾਤ ਤੇ ਤੁਸੀਂ ਇੱਕ ਦੂਜੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰੋ ਨਾ, ਤਾਂ ਜੋ ਲੋਕ ਅਵੇਅਰ ਹੋ ਸਕਣ, ਲੋਕ ਜਾਗਰੂਕ ਹੋ ਸਕਣ। ਇੰਨੀ ਕੀ ਗੁਲਾਮੀ ਹੈ, ਪਹਿਲਾਂ ਸਾਡੇ ਤੇ ਮੁਗਲ ਰਾਜ ਕਰਦੇ ਰਹੇ, ਉਸ ਤੋਂ ਬਾਅਦ ਅੰਗਰੇਜ਼ ਆ ਗਏ, ਉਸ ਤੋਂ ਬਾਅਦ ਸਾਡੇ ਵਾਲੇ ਹੀ ਸਾਡੇ ਤੇ ਰਾਜ ਕਰਨ ਲੱਗ ਪਏ ਨੇ। ਸਾਨੂੰ ਨਾਦਰਸ਼ਾਹੀ ਜਿਹੜੇ ਫਰਮਾਨ ਜਾਰੀ ਕੀਤੇ ਜਾਂਦੇ ਅਸੀਂ ਮੰਨਦੇ ਹਾਂ। ਮੈਂ ਕੋਈ ਹੈਲਪ ਨਹੀਂ ਕਰ ਸਕਦਾ, ਮਤਲਬ ਲਾਚਾਰ ਆ ਮੈਂ, ਜ਼ਿੰਦਗੀ ਭਰ ਦੀ ਹੈਲਪ ਤੇ ਕਿਸੇ ਦੀ ਕੋਈ ਵੀ ਨਹੀਂ ਕਰ ਸਕਦਾ, ਇਹ ਤੇ ਕਹਿਣ ਦੀਆਂ ਗੱਲਾਂ ਨੇ। ਪਰ ਮੈਂ ਫਿਰ ਵੀ ਕਹਿੰਦਾ ਕਿ ਇੱਕ ਜਿਹੜਾ ਗਰਾਊਂਡ ਲੈਵਲ ਹੈ, ਗਰਾਊਂਡ ਜ਼ਮੀਨੀ ਹਕੀਕਤ ਆ, ਉਹ ਇੱਕ ਦੂਜੇ ਨੂੰ ਦਿਖਾਉਣੀ ਜ਼ਰੂਰੀ ਹੈ, ਤਾਂ ਜੋ ਆਉਣ ਵਾਲੇ ਨੌਜਵਾਨ ਜਾਗਰੂਕ ਹੋ ਕੇ ਅਗਵਾਈ ਕਰ ਸਕਣ, ਅੱਗੇ ਲੱਗ ਸਕਣ। ਔਰ ਮੈਂ ਇਸ ਪਰਿਵਾਰ 'ਚ ਆਉਣ ਦਾ ਮੇਰਾ ਮਕਸਦ ਸੀਗਾ ਕਿ 23 ਮਾਰਚ ਤੋਂ ਤੁਸੀਂ ਪਿਛਲੇ ਤੋਂ ਬੰਦ ਕੀਤਾ ਹੋਇਆ, ਅੱਜ 1.25 ਸਾਲ ਹੋ ਗਿਆ। ਬਹੁਤ ਮੈਂ ਦੁਹਾਈ ਦਿੱਤੀ ਸੀ, ਇਹਦੇ ਵਿੱਚ ਸਾਡੇ ਲੋਕਾਂ ਦੀ ਗਲਤੀ ਕੀ ਹੈ? ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦਾ, ਮੈਂ ਨਰਿੰਦਰ ਮੋਦੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਸਾਡੀ ਕੀ ਗਲਤੀ ਹੈ ਕਿ ਕਰੋਨਾ ਅਸੀਂ ਲੈ ਕੇ ਆਏ ਹਾਂ? ਔਰ ਜੇ ਤੁਹਾਡੇ ਲੋਕਾਂ ਦਾ ਫੇਲੀਅਰ ਹੈ, ਤੁਹਾਡੇ ਕੋਲ ਮੈਡੀਕਲ ਸੇਵਾਵਾਂ ਹੀ ਨਹੀਂ ਹੈਗੀਆਂ, ਤੁਹਾਡੇ ਕੋਲ ਇੰਤਜ਼ਾਮ ਹੀ ਨਹੀਂ ਹੈਗੇ, ਤੇ ਉਹਦੇ ਬਦਲੇ ਤੁਸੀਂ ਸਾਡੇ ਲੋਕਾਂ ਦਾ ਕਾਰੋਬਾਰ ਬੰਦ ਕਰ ਦਿੱਤਾ, ਗਲਤੀ ਤੁਹਾਡੀ। ਔਰ ਮਤਲਬ ਤੁਸੀਂ ਕੰਮ ਸਾਡੇ ਬੰਦ ਕੀਤੇ ਨੇ। ਇਹ ਮੇਰਾ ਮਕਸਦ ਹੈ ਲੋਕਾਂ ਨੂੰ ਅਵੇਅਰ ਕਰਨ ਦਾ, ਇਸ ਕਰਕੇ ਮੈਂ ਇਸ ਪਰਿਵਾਰ ਦੇ ਵਿੱਚ ਅੱਜ ਆਇਆ। ਇੰਡਸਟਰੀ ਖੁੱਲੀ ਹੈ, ਸਬਜ਼ੀ ਮੰਡੀਆਂ ਦੇ ਵਿੱਚ ਇੰਨਾ ਰਸ਼ ਹੈ, 1 ਵਜੇ ਤੋਂ ਕਰਫਿਊ ਸ਼ੁਰੂ ਹੋ ਜਾਂਦਾ, ਸਵੇਰੇ 5 ਵਜੇ ਤੋਂ ਲੈ ਕੇ 1 ਵਜੇ ਤੱਕ ਬਾਜ਼ਾਰਾਂ 'ਚ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ। ਜਿਮ ਜਿਹੜਾ ਇਹ ਕਾਰੋਬਾਰ ਹੈ, ਇਹ ਕਿਉਂ ਜ਼ਰੂਰੀ ਨਹੀਂ ਲੱਗਿਆ ਕਿ ਜਿਮ ਵਾਲਿਆਂ ਦੇ ਪਰਿਵਾਰ ਨਹੀਂ ਹੁੰਦੇ? ਦੇਖੋ, ਮੈਂ ਕੱਲ ਇਹਨਾਂ ਦੀ ਇੰਟਰਵਿਊ ਸੁਣ ਰਿਹਾ ਸੀਗਾ ਭਾਈ ਸਾਹਿਬ ਦੀ, ਕਿ ਹਰ ਬੰਦੇ ਦੇ ਮਨ ਦੇ ਵਿੱਚ ਇੱਕ ਰੋਸ ਹੈ ਕਿ ਠੇਕੇ ਖੁੱਲ੍ਹੇ ਨੇ, ਸਾਡੇ ਕੰਮ ਬੰਦ ਹੈ। ਮਤਲਬ ਸਰਕਾਰ ਨੇ ਨਸ਼ਾ ਘਰ ਘਰ ਪਹੁੰਚਾਉਣ ਤੱਕ ਪਹਿਲ ਕੀਤੀ ਕਿ ਤੁਸੀਂ ਹੋਮ ਡਿਲੀਵਰੀ ਵੀ ਕਰ ਸਕਦੇ ਹੋ। ਔਰ ਜਿਹੜਾ ਬੱਚੇ ਐਕਸਰਸਾਈਜ਼ ਲਾਉਣਾ ਚਾਹੁੰਦੇ ਨੇ, ਇੱਕ ਪਾਸੇ ਤੋਂ ਤੁਸੀਂ ਕਹਿੰਦੇ ਹੋ ਕਿ ਇਮਿਊਨਿਟੀ ਜਿਹੜੀ ਤੁਸੀਂ ਬੂਸਟ ਕਰੋ, ਉਹ ਬਿਨਾਂ ਐਕਸਰਸਾਈਜ਼ ਤੋਂ, ਬਿਨਾਂ ਚੰਗੀ ਡਾਈਟ ਤੋਂ ਕਿਵੇਂ ਹੋ ਸਕਦੀ ਹੈ? ਤੇ ਜੇ ਲੋਕ ਜਿਮ ਚਲਾਉਂਦੇ ਨੇ, ਉਹਦੇ ਵਿੱਚ ਐਕਸਰਸਾਈਜ਼ ਕਰਦੇ ਨੇ, ਡਾਈਟ ਚੰਗੀ ਖਾਣਗੇ ਤਾਂ ਹੀ ਨਾ ਜੋ ਉਹਨਾਂ ਦਾ ਕਾਰੋਬਾਰ ਚੱਲੂਗਾ, ਤੇ ਨਹੀਂ ਤੇ ਫਿਰ ਆਟਾ ਹੀ ਖਾਣਾ, ਉਹ ਵੀ ਜਿਹੜਾ ਮਤਲਬ ਸਰਕਾਰ ਦੇ ਦੇਗੀ ਤੇ ਖਾ ਲਾਂਗੇ। ਕਿਵੇਂ ਇਮਿਊਨਿਟੀ ਬੂਸਟ ਹੋਊਗੀ? ਕਿਵੇਂ ਕਰੋਨਾ ਨਾਲ, ਮਤਲਬ ਇੱਕ ਪਾਸੇ ਕਹਿੰਦੇ ਹੋ ਕਿ ਕਰੋਨਾ ਨਾਲ ਲੜਨਾ, ਡਰਨਾ ਨਹੀਂ, ਤੇ ਲੜਨਾ ਕਿਹਦੇ ਨਾਲ? ਡੰਡਾ ਫੜ ਕੇ ਥੋੜੀ ਲੜਿਆ ਜਿਹੜਾ ਕਰੋਨਾ ਦੇ ਨਾਲ। ਇਹੀ ਚੀਜ਼ਾਂ ਨੇ ਲੋਕਾਂ ਨੂੰ ਮਤਲਬ ਪਹਿਲ ਦੇਣੀ ਚਾਹੀਦੀ ਸੀਗੀ, ਔਰ ਸਰਕਾਰ ਨੇ ਅਜੇ ਤੱਕ ਕੋਈ ਸਬਕ ਨਹੀਂ ਲਿਆ। 150 ਮੌਤ ਹੋਈ ਸ਼ਰਾਬ ਦੇ ਨਾਲ, ਉਸ ਤੋਂ ਬਾਅਦ ਵੀ ਸ਼ਰਾਬ ਨਹੀਂ ਬੰਦ ਕੀਤੀ ਗਈ। ਇਹਨਾਂ ਦਾ ਗਿਲਾ ਬਿਲਕੁਲ ਜਾਇਜ਼ ਸੀਗਾ। ਇਹਨਾਂ ਦਾ ਕੀ, ਹਰ ਬੱਚਾ ਕਹਿ ਰਿਹਾ ਕਿ ਸ਼ਾਮ ਨੂੰ ਸਾਡੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਨੇ, ਤੁਸੀਂ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਨੇ। 150 ਮੌਤ ਜ਼ਹਿਰੀਲੀ ਸ਼ਰਾਬ ਨਾਲ ਹੋਈ, ਜਿਹੜੇ ਮਤਲਬ ਲੋਕ ਇਲੀਗਲ ਸ਼ਰਾਬ ਬਣਾਉਂਦੇ ਸੀ। ਕੱਲ੍ਹ ਦਾ ਮੈਂ ਅੰਮ੍ਰਿਤਸਰ ਦਾ ਇੱਕ ਕੇਸ ਦੱਸ ਰਿਹਾ ਤੁਹਾਨੂੰ ਕਿ ਐਕਸਾਈਜ਼ ਡਿਪਾਰਟਮੈਂਟ ਨੇ ਠੇਕੇਦਾਰਾਂ ਕੋਲੋਂ ਐਕਸਪਾਇਰੀ ਡੇਟ ਦੀ ਸ਼ਰਾਬ ਔਰ ਬੀਅਰ ਇੰਨੀਆਂ ਭਾਰੀ ਮਾਤਰਾ ਦੇ ਵਿੱਚ ਫੜੀਆਂ, ਉਹਨੂੰ ਜ਼ਬਤ ਕਰ ਲਿਆ ਗਿਆ। ਕੀ ਗੱਲ, ਉਹਨਾਂ ਲੋਕਾਂ ਦੇ ਉੱਤੇ ਲੋਕਾਂ ਨੂੰ ਮਾਰਨ ਦਾ ਪਰਚਾ ਦਰਜ ਨਹੀਂ ਹੋਣਾ ਚਾਹੀਦਾ? ਸ਼ਰਾਬ ਵਾਲਿਆਂ ਨੂੰ ਇੰਨੀਆਂ ਜ਼ਿਆਦੀਆਂ ਸਹੂਲਤਾਂ, ਇਹੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੈਂ ਸੂਬਾ ਨਸ਼ਾ ਮੁਕਤ ਕਰਨਾ, ਤੇ ਅੱਜ ਕਹਿ ਰਹੇ ਆ ਮੇਰਾ ਸੂਬਾ ਹੀ ਸਾਰਾ ਨਸ਼ੇ ਦੇ ਸਿਰ ਤੇ ਚੱਲ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਹੈ। ਲੋਕਾਂ ਦਾ ਕਾਰੋਬਾਰ ਬੰਦ ਹੋ ਚੁੱਕਾ। ਇਹ ਇਕੱਲੇ ਬੱਚੇ ਨੇ ਸੁਸਾਈਡ ਕੀਤਾ, ਇਸ ਤੋਂ ਬਾਅਦ ਕਈ ਪ੍ਰਾਈਵੇਟ ਟੀਚਰ ਸੁਸਾਈਡ ਕਰਨਗੇ, ਕਈ ਰੈਸਟੋਰੈਂਟ ਵਾਲੇ ਜਿਹਦੇ ਸਿਰ ਤੇ ਕਰਜ਼ਾ ਚੜ ਜਾਣਾ, ਜਿਹਦੇ ਘਰ ਲੈਣਦਾਰਾਂ ਨੇ ਆ ਕੇ ਉਹਦੇ ਘਰ ਨੂੰ ਤਾਲੇ ਲਾਣੇ ਨੇ, ਉਹਦੇ ਕੋਲ ਹੱਲ ਕੀ ਹੈ ਮਰਨ ਤੋਂ ਬਿਨਾਂ? ਇਹ ਵੀ ਸਰਕਾਰ ਦੱਸੇ ਨਾ। ਸਰਕਾਰ ਧਿਆਨ ਹੀ ਕਿਸੇ ਪਾਸੇ ਨਹੀਂ ਦੇ ਰਹੀ। ਔਰ ਜਿਮ ਦੇ ਨਾਲ ਫਰਕ ਕੀ ਹੈ? ਤੁਸੀਂ ਦੇਖੋ, ਇੱਕ ਬੱਸ ਹੈ 20 ਫੁੱਟ ਦੀ ਬੱਸ ਹੈ, ਉਹਦੇ ਵਿੱਚ 50 ਬੰਦੇ ਬੈਠੇ ਨੇ। ਇੱਕ ਜਹਾਜ਼ ਹੈ 50 ਫੁੱਟ ਦਾ, ਉਹਦੇ ਵਿੱਚ 300 ਬੰਦਾ ਬੈਠਾ ਹੈ, ਤੇ ਐਡਾ ਵੱਡਾ ਜਿਮ ਹੈ, ਉਹਦੇ ਵਿੱਚ 20 ਬੰਦੇ ਨਹੀਂ ਆ ਸਕਦੇ। ਮੰਨਾ ਸਾਹਿਬ, ਪਰਿਵਾਰ ਕਹਿੰਦਾ ਕਿ ਸਾਡੇ ਦਾਦੇ ਪੜਦਾਦੇ ਵੀ ਕਾਂਗਰਸ ਨੂੰ ਵੋਟ ਪਾਉਂਦੇ ਰਹੇ ਨੇ। ਦੂਜੇ ਪਾਸੇ ਜੇ ਗੱਲ ਕਰੀਏ, ਜੇ ਸਰਕਾਰ ਦੇ ਹਿਸਾਬ ਦੇ ਨਾਲ ਐਸੈਂਸ਼ੀਅਲਸ ਦੇ ਵਿੱਚ ਜਿਮ ਨਹੀਂ ਆਉਂਦੇ, ਜਿਸ ਤਰ੍ਹਾਂ ਪਹਿਲਾਂ ਰੈਸਟੋਰੈਂਟ ਵੀ ਬੰਦ ਸੀ ਉਹ ਵੀ ਨਹੀਂ ਆਉਂਦੇ, ਕਲਾਕਾਰ ਵੀ ਘਰੇ ਬੈਠੇ ਹੋਏ ਨੇ, ਤਾਂ ਮੈਨੂੰ ਲੱਗਦਾ ਇਹਨਾਂ ਤੋਂ ਵੋਟ ਦੀ ਵੀ ਉਮੀਦ ਨਹੀਂ ਹੁਣ ਕਰਨੀ ਚਾਹੀਦੀ ਪੰਜਾਬ ਸਰਕਾਰ। ਸਾਡੀ ਬਦਕਿਸਮਤੀ ਕੀ ਹੈ ਕਿ ਉਹ ਦੋਵੇਂ ਸਾਡੇ ਉੱਤੇ ਰਾਜ ਕਰ ਰਹੇ ਨੇ, ਤੀਜਾ ਸਾਨੂੰ ਕੋਈ ਬਦਲ ਦਿਸ ਵੀ ਨਹੀਂ ਰਿਹਾ। ਤੇ ਇਹ ਕਿਹਨੂੰ ਵੋਟ ਪਾਉਣਗੇ ਮੈਨੂੰ ਦੱਸਿਆ ਜਾਵੇ ਨਾ, ਜਾਂ ਮੈਂ ਕਿਹਨੂੰ ਵੋਟ ਪਾਊਂਗਾ? ਉਹ ਐਡੇ ਸ਼ਾਤਰ ਪੋਲੀਟੀਸ਼ੀਅਨ ਨੇ, ਉਹ ਸਿਆਸਤ ਦੀ ਯੂਨੀਵਰਸਿਟੀ ਬਣ ਚੁੱਕੇ ਨੇ, ਉਹਨਾਂ ਅੱਜ ਤੱਕ ਤੀਜਾ ਕੋਈ ਬਦਲ ਹੀ ਨਹੀਂ ਆਉਣ ਦਿੱਤਾ। ਸੋ ਮੈਂ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਕਿ ਵੋਟਾਂ ਦਾ ਖਹਿੜਾ ਛੱਡੋ, ਅਜੇ ਆਪਣੇ ਹੱਕਾਂ ਲਈ ਜਾਗਰੂਕ ਤੇ ਹੋ। ਲੁਧਿਆਣੇ ਦੀ 15-20 ਲੱਖ ਦੀ ਆਬਾਦੀ ਹੋਣੀ ਹੈ, ਕੀ ਮਤਲਬ ਤੁਹਾਡੇ ਉੱਤੇ 10,000 ਪੁਲਿਸ ਭਾਰੀ ਹੈ, 4,000? ਤੁਸੀਂ ਕਿਉਂ ਨਹੀਂ ਆਪਣੇ ਹੱਕ, ਅਸੀਂ ਕੋਈ ਮਤਲਬ ਕੋਈ ਸਮੈਕ ਵੇਚਣੀ, ਅਸੀਂ ਕੋਈ ਫੀਮ ਵੇਚਣੀ ਹੈ, ਆਪਣੇ ਹੱਕਾਂ ਲਈ ਅਸੀਂ ਸੜਕਾਂ ਤੇ ਕਿਉਂ ਨਹੀਂ ਆਉਂਦੇ? ਐਡੇ ਪੋਲੀਟੀਸ਼ੀਅਨ ਨੇ। ਕੱਲ੍ਹ ਅੰਮ੍ਰਿਤਸਰ ਦੇ ਵਿੱਚ ਮਤਲਬ ਹਜ਼ਾਰ ਬੰਦੇ ਦਾ ਕਿੰਨੇ ਉਹਨਾਂ ਦੇ ਈਵੈਂਟ ਹੋਏ ਨੇ। ਇੱਥੇ ਵੀ ਕਈ ਪੋਲੀਟੀਸ਼ੀਅਨ ਕਰਦੇ ਹੋਣਗੇ, ਚਾਹੇ ਉਹ ਕਾਂਗਰਸੀ ਨੇ, ਚਾਹੇ ਸਿਰਫ ਕੰਮਾਂ ਦੇ ਉੱਤੇ ਕੋਈ ਰੋਕ ਲਾ ਕੇ ਰੱਖੀ ਹੈ। ਤੁਸੀਂ ਸਾਨੂੰ ਲੋਕਾਂ ਨੂੰ ਕਿਉਂ ਮਾਰ ਰਹੇ ਹੋ? ਲੋਕ ਇਹ ਅੱਜ ਮੇਰਾ ਇੱਥੇ ਆਉਣ ਦਾ ਮਕਸਦ ਹੈ ਕਿ ਅੱਗੋਂ ਹੀ ਪੰਜਾਬ ਦੀ ਜਿਹੜੀ ਜਵਾਨੀ ਬਚਾ ਲਓ। ਪੰਜਾਬ ਦਾ ਨੌਜਵਾਨ ਐਡਾ ਮਤਲਬ ਜੁਝਾਰੂ ਤੇ ਇੰਨੇ ਚੰਗੇ ਲੋਕ ਨੇ, ਆਪਣੀ ਜਵਾਨੀ ਬਚਾਉਣ ਲਈ ਭੀਖ ਮੰਗ ਰਹੇ ਨੇ ਕਿ ਸਾਡੀ ਜਵਾਨੀ ਬਚਾ ਦਿਓ ਯਾਰ। ਤੇ ਸਰਕਾਰ ਕੀ ਕਹਿੰਦੀ ਹੈ? ਨਹੀਂ, ਠੇਕੇ ਖੁੱਲ੍ਹੇ ਨੇ, ਬਾਕੀ ਕੋਈ ਕਾਰੋਬਾਰ ਜਿਮ ਨਹੀਂ ਖੁੱਲ੍ਹਣਗੇ। ਮਤਲਬ ਅਨਪੜ੍ਹ ਰਹੋ, ਨਸ਼ੇੜੀ ਰਹੋ, ਤੁਹਾਨੂੰ ਇੰਨੀ ਅਕਲ ਹੀ ਨਾ ਆ ਸਕੇ ਕਿ ਤੁਸੀਂ ਸਾਨੂੰ ਸਾਡੀਆਂ ਸਾਜ਼ਿਸ਼ਾਂ ਨੂੰ ਸਮਝ ਸਕੋ, ਸਵਾਲ ਕਰ ਸਕੋ।
ਸਾਨੂੰ ਸਵਾਲ ਕਰ ਸਕੋ, ਸਾਡੀਆਂ ਚਾਲਾਂ ਨੂੰ ਸਮਝ ਸਕੋ। ਅਸੀਂ ਲੋਕਾਂ ਕੋਲ ਅੱਗੋਂ ਵੀ, ਮੈਂ ਕਹਿੰਦਾ ਫਿਰ ਕਹਿੰਦਾ ਕਿ ਸਾਡੀ ਬਹੁਤ ਬੈਡ ਲੱਕ ਹੈ, ਸਾਡੀ ਬਦਕਿਸਮਤੀ ਹੈ ਕਿ ਅੱਗੋਂ ਵੀ ਸਾਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਮੇਰੀ ਬੇਨਤੀ ਹੈ ਤੁਹਾਡੇ ਚੈਨਲ ਦੇ ਰਾਹੀਂ, ਮੇਰਾ ਮਤਲਬ ਮੇਰੇ ਤੁਹਾਡੇ ਮਾਧਿਅਮ ਰਾਹੀਂ ਮੇਰੇ ਸਾਰਿਆਂ ਦੇ ਇੱਕ ਬੇਨਤੀ ਹੈ ਸਰਕਾਰ ਨੂੰ ਕਿ ਜਿਮ ਖੋਲ੍ਹੇ ਜਾਣ, ਬੱਚਿਆਂ ਨੂੰ ਐਕਸਰਸਾਈਜ਼ ਕਰਨ ਦਿੱਤੀ ਜਾਵੇ। ਕਿਉਂ ਬੱਚਿਆਂ ਦਾ ਧਿਆਨ ਜਿਹੜਾ ਭਟਕਾ ਰਹੇ ਹੋ? ਪੜ੍ਹਾਈ ਬੱਚਿਆਂ ਦੀ ਬੰਦ ਹੋ ਚੁੱਕੀ ਹੈ। ਆਨਲਾਈਨ ਤੁਸੀਂ ਸਾਰੀ ਮਤਲਬ ਪੜ੍ਹਾਈ ਕਰਾਉਂਦੇ ਹੋ। ਕਈ ਬੱਚੇ ਸੋਸ਼ਲ ਸਾਈਟਸ ਦੇ ਉੱਤੇ, ਗਲਤ ਸਾਈਟਸ ਦੇ ਵਿੱਚ ਚਲੇ ਜਾਂਦੇ ਨੇ। ਉਹ ਮਾਂ-ਬਾਪ ਨੂੰ ਪਤਾ ਥੋੜ੍ਹੀ ਲੱਗਦਾ। ਬੱਚੇ ਅੱਜ ਕੱਲ੍ਹ ਇੰਨੇ ਐਕਟਿਵ ਨੇ, ਉਹਨੂੰ ਪਤਾ ਮੈਂ ਫ਼ੋਨ ਲੌਕ ਕਿੱਥੋਂ ਕਰਨਾ, ਫ਼ੋਨ ਦੀ ਮਤਲਬ ਜਿਹੜੀ ਹਿਸਟਰੀ ਮੈਂ ਕਿਵੇਂ ਖ਼ਤਮ ਕਰਨੀ ਹੈ। ਸਾਡੀ ਇੱਕ ਪੀੜ੍ਹੀ ਦਾ ਨਾਸ ਹੋ ਰਿਹਾ, ਸਾਡੀ ਇੱਕ ਪੀੜ੍ਹੀ ਖਰਾਬ ਹੋ ਚੁੱਕੀ ਹੈ। ਮਤਲਬ ਅੱਗੋਂ ਵੀ ਇਹਨੂੰ ਕੋਈ ਕਾਬੂ ਕਰਨ ਦਾ ਸਾਨੂੰ, ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਸਿਆਸਤ ਦਾ ਹਿੱਸਾ ਬਣੋ। ਜਿੰਨਾ ਚਿਰ ਤੁਸੀਂ ਕੋਈ ਵਧੀਆ ਬਦਲ ਨਹੀਂ ਲੈ ਕੇ ਆਉਂਦੇ, ਜਿੰਨਾ ਚਿਰ ਤੁਸੀਂ ਆਪ ਨਹੀਂ ਇਹ ਸਾਰਾ ਕੁਝ ਸੋਚਦੇ, ਇਸ ਚੀਜ਼ ਦੇ ਉੱਤੇ ਵਿਚਾਰ ਨਹੀਂ ਕਰਦੇ, ਤੇ ਫਿਰ ਇਹਨਾਂ ਲੋਕਾਂ ਕੋਲੋਂ ਕੀ ਆਸ ਕਰਦੇ ਹੋ? ਅੱਜ ਹਾਲਾਤ ਕੀ ਨੇ? ਟੀਕੇ ਹੈ ਨਹੀਂ, ਆਕਸੀਜਨ ਹੈ ਨਹੀਂ, ਦਵਾਈਆਂ ਹੈ ਨਹੀਂ, ਹਸਪਤਾਲਾਂ ਦੇ ਹਾਲਾਤ ਬੁਰੇ ਨੇ। ਤੇ ਕਰੋਨਾ ਨੂੰ ਸਿਰਫ ਸਾਡੇ ਲੋਕਾਂ ਨੂੰ ਤੁਸੀਂ ਲੜਨ ਨੂੰ ਰੱਖਿਆ। ਮੂੰਹ ਤੇ ਮਾਸਕ ਨਾਲ ਤੁਸੀਂ ਕਰੋਨਾ ਤੋਂ ਬਚ ਸਕਦੇ ਹੋ? ਮੈਂ ਤੇ ਸਮਝਦਾ ਹੀ ਨਹੀਂ। ਕਿੰਨੀ ਕੁ ਵਾਰੀ ਦਿਨ 'ਚ ਅਸੀਂ ਮਾਸਕ ਯੂਜ਼ ਐਂਡ ਥਰੋ ਕਰ ਸਕਦੇ ਹਾਂ, ਫਿਰ ਹੀ ਬਚ ਸਕਦੇ ਹਾਂ ਨਾ। ਬਚਿਆ ਹੀ ਨਹੀਂ ਜਾ ਸਕਦਾ। ਸਾਡੇ ਲੋਕਾਂ ਦੇ ਉੱਤੇ ਸਿਰਫ ਡੰਡਾ ਜਿਹੜਾ ਪੀਰ ਬਣਾ ਕੇ ਰੱਖਿਆ ਹੋਇਆ, ਜੋ ਸਾਨੂੰ ਜਿਵੇਂ ਅਸੀਂ ਭੇਡਾਂ ਵਾਂ, ਬੱਕਰੀਆਂ ਵਾਂ, ਡੰਗਰ ਆ, ਸਾਨੂੰ ਜਿੱਧਰ ਨੂੰ ਮਰਜ਼ੀ ਹਿੱਕ ਦਿੰਦੇ ਨੇ ਤੇ ਉਧਰ ਨੂੰ ਅਸੀਂ ਚੱਲੇ ਜਾਂਦੇ। ਇੱਕ ਨੌਜਵਾਨ ਹੁਣੇ ਖੜਾ ਹੋਇਆ ਸੀਗਾ, ਕਹਿੰਦਾ ਕਿ ਮੈਂ ਲੰਮੇ ਸਮੇਂ ਤੋਂ ਜਿਮ ਇੰਡਸਟਰੀ ਦੇ ਨਾਲ ਜੁੜਿਆ ਹੋਇਆ, ਪਰ ਜਦੋਂ ਉਹਦਾ ਜਿਮ ਬੰਦ ਹੈ ਨਾ ਪਿਛਲੇ ਸਾਲ ਤੋਂ, ਮੈਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਵੀ ਚਲਾ ਗਿਆ। ਕਹਿੰਦਾ ਮੈਨੂੰ ਮੇਰੇ ਦੋਸਤਾਂ ਨੇ ਬੁਲਾ ਲਿਆ, ਮੈਂ ਕਦੇ ਨਹੀਂ ਸੀ ਪੀਤੀ ਪਰ ਮੈਂ ਹੁਣ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਮੈਨੂੰ ਈਜ਼ੀਲੀ ਮਿਲ ਰਹੀ ਹੈ। ਦੇਖੋ, ਮੈਂ ਅੱਜ ਨਹੀਂ, ਤੁਸੀਂ ਮੇਰੀਆਂ ਪਹਿਲੇ ਮਤਲਬ ਮੇਰੀਆਂ ਇੰਟਰਵਿਊਜ਼ ਤੁਸੀਂ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਕਿ ਮੈਂ ਡੇ 1 ਤੋਂ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੈਂ ਸੂਬਾ ਨਸ਼ਾ ਮੁਕਤ ਕਰਨਾ। ਨਸ਼ਾ ਮੁਕਤ ਤੁਸੀਂ ਮੇਰੀ ਇੱਕ ਗੱਲ ਮੰਨ ਕੇ ਚੱਲੋ, ਇਹਨੂੰ ਪੁਲਿਸ ਨਾਲ ਤੁਸੀਂ ਨਸ਼ਾ ਮੁਕਤ ਨਹੀਂ ਕਰ ਸਕਦੇ। ਇਹਨੂੰ ਤੁਸੀਂ ਜ਼ਬਰਦਸਤੀ ਨਸ਼ਾ ਮੁਕਤ ਨਹੀਂ ਕਰ ਸਕਦੇ। ਬੱਚਾ ਨਸ਼ਾ ਕਿਉਂ ਕਰਦਾ? ਇਹ ਮਿਸਾਲ ਤੁਹਾਡੇ ਸਾਹਮਣੇ ਹੀ ਆਈ ਹੈ। ਬੱਚਾ ਨਸ਼ਾ ਇਸ ਕਰਕੇ ਕਰਦਾ ਕਿ ਜਦੋਂ ਉਹਦੇ ਘਰ ਦੇ ਵਿੱਚ ਉਹਦੇ ਤੇ ਦਬਾਅ ਪੈਂਦਾ, ਸਾਡੇ ਮਤਲਬ ਮਾਂ-ਬਾਪ ਨੇ ਉਹਨੂੰ ਪੜ੍ਹਾ ਲਿਖਾ ਦਿੱਤਾ, ਉਸ ਤੋਂ ਬਾਅਦ ਅਸੀਂ ਲੋਕ ਸੋਚਦੇ ਹਾਂ ਕੋਈ ਕੰਮ ਕਰੇਗਾ, ਕਮਾ ਕੇ ਲਿਆਏਗਾ। ਮਤਲਬ ਸਾਡੇ ਲੋਕਾਂ ਦੀ ਫਿਤਰਤ ਜਾਂ ਸਾਡੇ ਸੁਭਾਅ ਦੇ ਵਿੱਚ ਹੈ, ਜਦੋਂ ਉਹਨੂੰ ਕੋਈ ਕਾਰੋਬਾਰ ਨਹੀਂ ਲੱਭਦਾ, ਜਦੋਂ ਉਹਨੂੰ ਕੋਈ ਨੌਕਰੀ ਨਹੀਂ ਲੱਭਦੀ, ਉਹਦਾ ਧਿਆਨ ਭਟਕਦਾ। ਤੇ ਫਿਰ ਸਾਡੇ ਲੋਕਾਂ ਦੀ, ਪੰਜਾਬੀਆਂ ਦੀ ਆਮ ਗੱਲ ਹੈ ਕਿ ਤਾਂ ਵਿਆਹ ਕਰ ਦੋ ਸੁਧਰ ਜਾਏਗਾ। ਮਤਲਬ ਵਿਆਹ ਕਰਨ ਤੋਂ ਬਾਅਦ ਦੂਜਾ ਬੋਝ ਉਹਦੇ ਪਰਿਵਾਰ ਦਾ ਪੈ ਜਾਂਦਾ। ਉਸ ਤੋਂ ਬਾਅਦ ਵੀ ਉਹਨੂੰ ਕੁਝ ਨਹੀਂ ਲੱਭਦਾ ਤੇ ਫਿਰ ਉਹ ਡਿਪਰੈਸ਼ਨ 'ਚ ਆ ਕੇ, ਟੈਨਸ਼ਨ ਦੇ ਵਿੱਚ ਆ ਕੇ, ਛੋਟੇ ਨਸ਼ੇ ਤੋਂ ਸ਼ੁਰੂ ਹੁੰਦਾ ਤੇ ਅਖੀਰ ਜਿਹੜਾ ਨਸ਼ਾ ਸਰਕਾਰਾਂ ਮੁਕਾਉਂਦੀਆਂ ਨੇ ਸਮੈਕ ਤੱਕ ਪਹੁੰਚਦਾ ਤੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬਹਿੰਦਾ। ਜਿੰਨੀ ਦੇਰ ਤੱਕ ਬੇਰੁਜ਼ਗਾਰੀ ਦੂਰ ਨਹੀਂ ਹੁੰਦੀ, ਜਿੰਨੀ ਦੇਰ ਤੱਕ ਪੰਜਾਬ 'ਚੋਂ ਮਾਫੀਆਜ਼ ਨਹੀਂ ਟੁੱਟਦੇ, ਉਨੀ ਦੇਰ ਤੱਕ ਸਰਕਾਰ, ਮੈਂ ਗਰੰਟੀ ਨਾ ਕਹਿੰਦਾ ਕਿ ਕੋਈ ਨਸ਼ਾ ਨਹੀਂ ਖਤਮ ਕਰ ਸਕਦੀ, ਕੋਈ ਇਹੋ ਜਿਹੀ ਬੁਰਾਈ ਜਿਹੜੀ ਸਮਾਜਿਕ ਆ ਉਹਨੂੰ ਨਹੀਂ ਖਤਮ ਕਰ ਸਕਦੀ। ਇਹਨਾਂ ਚੀਜ਼ਾਂ ਦੇ ਉੱਤੇ ਸੁਹਿਰਦ ਹੋਣ ਦੀ ਲੋੜ ਹੈ। ਇਹਦੇ ਹੱਲ ਨੇ ਬੜੇ ਵਧੀਆ, ਸਰਕਾਰਾਂ ਕਰਨਾ ਹੀ ਨਹੀਂ ਚਾਹੁੰਦੀਆਂ। ਦੇਖੋ, ਕਈ ਮਾਫੀਆਜ਼ ਨੇ, ਚਾਹੇ ਉਹ ਰੇਤ ਹੈ, ਚਾਹੇ ਸ਼ਰਾਬ ਹੈ, ਚਾਹੇ ਉਹ ਟਰਾਂਸਪੋਰਟ ਮਾਫੀਆ ਹੈ, ਆ ਲੀਕਰ ਮਾਫੀਆ ਹੈ। ਤੁਸੀਂ ਇਹ ਕਾਰੋਬਾਰ, ਚੰਦ ਘਰਾਣੇ ਨੇ ਜਿਹੜੇ ਉਹਦੇ ਵਿੱਚੋਂ ਪੈਸੇ ਕਮਾਉਂਦੇ ਨੇ। ਅਰਬਾਂ ਕਰੋੜਾਂ ਰੁਪਈਆ ਜਿਹੜਾ ਸਟੇਟ ਨੂੰ ਰੈਵਨਿਊ ਆਉਣਾ ਹੁੰਦਾ, ਉਹ ਇਹ ਲੋਕ ਕਮਾ ਜਾਂਦੇ ਨੇ। ਮੈਂ ਸਰਕਾਰ ਨੂੰ ਬਾਰ-ਬਾਰ ਕਹਿੰਦਾ ਕਿ ਰੇਤਾ ਜਿਹੜੀ ਤੁਸੀਂ ਸਰਕਾਰੀ ਕਰੋ, ਇੱਕ ਬੱਚਿਆਂ ਨੂੰ ਰੁਜ਼ਗਾਰ ਦਿਓ, ਇੱਕ ਵੱਧ ਤੋਂ ਵੱਧ ਤੁਹਾਨੂੰ ਰੈਵਨਿਊ ਆਊਗਾ। ਇੱਕ ਬੰਦੇ ਕੋਲ 500 ਬੱਸ ਹੈ, ਔਰ ਕੀ ਗੱਲ ਉਹ ਬੱਚਿਆਂ ਨੂੰ ਵੰਡੀਆਂ ਨਹੀਂ ਜਾ ਸਕਦੀਆਂ? ਬੱਚਿਆਂ ਨੂੰ ਨੌਕਰੀਆਂ, ਜੇ ਸਰਕਾਰ ਵੀ ਚਲਾਉਣਾ ਚਾਹਵੇ, ਬੱਚਿਆਂ ਨੂੰ ਤੁਸੀਂ ਕੰਡਕਟਰ, ਡਰਾਈਵਰ, ਚੈਕਰ ਕੁਝ ਵੀ ਰੱਖ ਸਕਦੇ ਹੋ, ਸਟਾਫ ਤੁਹਾਡਾ ਬਣੇਗਾ। ਆ ਲਿੱਕਰ ਤੁਸੀਂ ਕਹਿ ਲਓ, ਕਰੋੜਾਂ ਅਰਬਾਂ ਰੁਪਈਆ ਜਿਹੜਾ ਹੈ ਇਹ ਲੀਕਰ ਮਾਫੀਆ ਕਮਾਉਂਦਾ, 1 ਨੰਬਰ 'ਚ ਵੀ ਤੇ 2 ਨੰਬਰ ਦੇ ਵਿੱਚ ਵੀ। ਦਿੱਲੀ ਦੇ ਵਿੱਚ ਸਰਕਾਰੀ ਜਿਹੜੇ ਠੇਕੇ ਹੋ ਸਕਦੇ ਨੇ, ਤੇ ਤੁਸੀਂ ਵੀ ਸਰਕਾਰੀ ਕਰੋ ਨਾ। ਇੱਕ ਤੇ ਤੁਸੀਂ ਹਰ ਸਾਲ ਜਿਹੜਾ ਸ਼ਰਾਬ ਦਾ ਕੋਟਾ ਵਧਾਉਂਦੇ ਹੋ, ਉਹਨੂੰ ਘਟਾਉਣ ਵਾਲੇ ਪਾਸੇ ਤੁਰੋ ਤਾਂ ਜੋ ਤੁਹਾਡਾ ਸੂਬਾ ਨਸ਼ਾ ਮੁਕਤ ਹੋਣ ਵੱਲ ਤੁਰੇ। ਸ਼ਰਾਬ ਦੇ ਠੇਕੇ ਤੁਸੀਂ ਸਰਕਾਰੀ ਕਰੋ, ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਅਰਬਾਂ ਖਰਬਾਂ ਰੁਪਈਆਂ ਦੀ ਦੌਲਤ ਕੁਝ ਘਰਾਣੇ ਕਮਾ ਰਹੇ ਨੇ, ਔਰ ਇਹ ਗਰੀਬ ਲੋਕ ਜਿਹੜੇ ਮਿਡਿਓਕਰ ਲੋਕ ਨੇ, ਉਹ ਤਰਸ ਰਹੇ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ, ਆਪਣੇ ਰੁਜ਼ਗਾਰ ਲਈ, ਆਪਣੇ ਰਾਸ਼ਨ ਲਈ। ਔਰ ਮੈਂ ਜਦੋਂ ਰਾਸ਼ਨ ਕੈਂਪੇਨ ਪੰਜਾਬ ਦੇ ਵਿੱਚ ਲਾਕਡਾਊਨ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਸ਼ੁਰੂ ਕੀਤੀ ਸੀ, ਉਦੋਂ ਕੋਈ ਨਿਕਲਦਾ ਨਹੀਂ ਸੀ। ਔਰ ਤੁਸੀਂ ਦੇਖੋ, ਜ਼ਰੂਰੀ ਨਹੀਂ ਕਿ ਲੇਬਰ ਵਾਲੇ ਰਾਸ਼ਨ ਲੈਂਦੇ ਸੀ। ਮਤਲਬ ਮੈਂ ਨਾਂ ਨਹੀਂ ਲੈ ਸਕਦਾ, ਦੱਸ ਨਹੀਂ ਸਕਦਾ ਕਿ ਮੇਰੇ ਐਥਿਕਸ ਜਿਹੜੇ ਅਲਾਓ ਨਹੀਂ ਕਰਦੇ। ਕਈ ਚੰਗੇ ਘਰਾਂ ਦੇ ਲੋਕ, ਉਹਨਾਂ ਨੇ ਮਜਬੂਰੀਆਂ ਦੱਸੀਆਂ ਕਿ ਭਾਜੀ ਇੰਨੇ ਲੋਨ ਸੀ, ਸਾਨੂੰ ਪੜਦੇ ਨਾ ਰਾਸ਼ਨ ਫੜਾ ਦਿਓ। ਮਤਲਬ ਸਾਡੇ ਲੋਕਾਂ ਨੂੰ ਤੁਸੀਂ ਮੰਗਤੇ ਬਣਾ ਕੇ ਰੱਖ ਦਿੱਤਾ, ਸਾਡੇ ਲੋਕਾਂ ਨੂੰ ਤੁਸੀਂ ਭਿਖਮੰਗੇ ਬਣਾ ਕੇ ਰੱਖ ਦਿੱਤਾ, ਔਰ ਤੁਹਾਨੂੰ ਤਰਸ ਨਹੀਂ ਆ ਰਿਹਾ ਇਹਨਾਂ ਲੋਕਾਂ ਦੇ ਕੰਮ ਬੰਦ ਕਰਨੋਂ। ਅੱਜ ਤੁਸੀਂ ਦੱਸ ਰਹੇ ਹੋ, ਇੱਥੋਂ ਪਤਾ ਲੱਗ ਰਿਹਾ ਮੈਨੂੰ ਕਿ ਜਿੰਨੀਆਂ ਵੱਡੀ ਇੰਡਸਟਰੀ ਹੈ ਜਿਹਦੇ ਵਿੱਚ ਹਜ਼ਾਰ ਬੰਦਾ ਕੰਮ ਕਰਦਾ, ਉਹ ਸਾਰੀ ਖੁੱਲ੍ਹੀ ਹੈ। ਤੇ ਜਿੱਥੇ 10 ਬੰਦੇ ਕੰਮ ਕਰਨੇ ਨੇ, ਜਿੱਥੇ 20 ਬੰਦੇ ਕੰਮ ਕਰਨੇ ਨੇ, ਉਹ ਸਾਰਾ ਕੁਝ ਬੰਦ ਕੀਤਾ ਹੋਇਆ। ਕਿਉਂ? मतलब गरीब लहरों पे बिठाए जाते हैं पहरे और समंदरों की तलाशी कोई नहीं लेता। मतलब वड्डे लोग इन्हां नूं फंड्स दिंदे ने, इन्हां दे नाल मिले होए ने, पॉलीटिशियन भाईवाल ने, ब्यूरोक्रेट भाईवाल ने। गरीब लोगों नूं काम करन दो। जे तुहाडे कोल इंतजाम नहीं हैगा करोना नाल लड़न लई, ना तुहाडे कोल दवाई
ਆ, ਮੈਂ ਪਹਿਲਾਂ ਵੀ ਦੱਸਿਆ, ਨਾ ਤੁਹਾਡੇ ਕੋਲ ਟੀਕੇ ਨੇ, ਨਾ ਤੁਹਾਡੇ ਕੋਲ ਬੈੱਡ ਹੈ, ਨਾ ਤੁਹਾਡੇ ਕੋਲ ਆਕਸੀਜਨ ਹੈ, ਨਾ ਤੁਹਾਡੇ ਕੋਲ ਚੰਗੇ ਹਸਪਤਾਲ ਨੇ, ਤੇ ਫਿਰ ਸਾਨੂੰ ਸਾਡੇ ਲੋਕਾਂ ਨੂੰ ਸਾਡੇ ਹਾਲਾਤ ਤੇ ਛੱਡ ਦਿਓ ਨਾ। ਅਸੀਂ ਲੜ ਲਾਂਗੇ ਕਰੋਨਾ ਨਾਲ ਵੀ, ਅਸੀਂ ਜੋ ਕਰਨਾ, ਮਤਲਬ ਇੱਜ਼ਤ ਦੀ ਮੌਤ ਤੇ ਮਰ ਜਾਾਂਗੇ ਨਾ। ਜੇ ਮਰਨਾ ਤੇ ਖਾਂਦੇ ਪੀਂਦੇ ਮਰ ਜਾਾਂਗੇ, ਆਪਣਾ ਕਮਾਉਂਦੇ ਮਰ ਜਾਾਂਗੇ। ਕਿਉਂ ਸਾਨੂੰ ਮਤਲਬ ਇਹ ਨਮੋਸ਼ੀ ਵਾਲੀ ਮੌਤ ਦੇ ਰਹੇ ਹੋ? ਇਹ ਸਾਰਾ ਕੁਝ ਕਿਉਂ ਸਾਡੇ ਸਿਰ ਦੇ ਉੱਤੇ ਸਾਡੀ ਮਤਲਬ ਤਲਵਾਰ ਤੁਸੀਂ ਲਟਕਾ ਕੇ ਰੱਖੀ ਆ? ਇਸ ਮਕਸਦ ਨਾਲ ਅੱਜ ਮੈਂ ਇੱਥੇ ਆਇਆ। ਪਿਤਾ ਦੀ ਕੀ ਗਲਤੀ ਸੀ? ਬੱਚਾ ਤਾਂ ਨਸ਼ੇ ਵੀ ਨਹੀਂ ਕਰਦਾ ਸੀ, ਚੰਗੀ ਥਾਂ ਤੇ ਜਾਂਦਾ ਸੀਗਾ, ਜਿਮ ਲਾਉਂਦਾ ਸੀ, ਐਕਸਰਸਾਈਜ਼ ਲਾਉਂਦਾ ਸੀਗਾ, ਸੋਹਣਾ ਸਰੀਰ ਬਣਾ ਰਿਹਾ ਸੀ, ਉਹਨੇ ਵੀ ਆਪਣੇ ਆਪ ਨੂੰ ਖਤਮ ਕਰ ਲਿਆ। ਦੇਖੋ, ਨਸ਼ੇੜੀ ਕਈ ਮਰਦੇ ਦੇਖੇ ਨੇ ਮੈਂ, ਇਹ ਨਸ਼ੇ ਦੀ ਤੋੜ ਦੇ ਵਿੱਚ ਤੇ ਲੋਕ ਮਰਦੇ ਸੁਣੇ ਸੀ ਤੇ ਦੇਖੇ ਸੀਗੇ। ਪਰ ਬਦਕਿਸਮਤੀ ਆ ਸਾਡੀ ਕਿ ਇੱਕ ਬੰਦਾ ਆਪਣੀ ਐਕਸਰਸਾਈਜ਼ ਮੰਗ ਰਿਹਾ, ਉਹ ਲੋਕਾਂ ਨੂੰ ਮਤਲਬ ਤੰਦਰੁਸਤ ਬਣਾਉਣ ਦਾ ਮੰਗ ਰਿਹਾ, ਤੇ ਇਸ ਕਰਕੇ ਉਹਨੇ ਖੁਦਕੁਸ਼ੀ ਕਰ ਲਈ। ਮੈਂ ਕੱਲ ਇਹਨਾਂ ਨੂੰ ਸੁਣਦਾ ਸੀਗਾ ਕਿ ਪਹਿਲਾਂ ਆਪ ਟ੍ਰੇਨਰ ਸੀਗਾ, ਕਿੰਨੀ ਮਿਹਨਤ ਤੋਂ ਬਾਅਦ ਉਹਨੇ ਆਪਣਾ ਜਿਮ ਖੜਾ ਕੀਤਾ ਹੋਊਗਾ। ਉਹਦਾ ਮਤਲਬ ਮੈਂ ਉਹ ਦੇਖ ਰਿਹਾ ਕਿ ਜੇ 37 ਸਾਲ ਉਹਦੀ ਉਮਰ ਆ ਤੇ ਉਹ 17, 18, 19 ਸਾਲ ਦੇ ਵਿੱਚ ਲੱਗ ਗਿਆ ਹੋਊਗਾ। 20 ਸਾਲ ਉਹਨੇ ਸਮਾਜ ਨੂੰ ਤੇ ਆਪਣੇ ਪਰਿਵਾਰ ਨੂੰ ਦਿੱਤੇ ਨੇ, ਔਰ 1 ਮਿੰਟ 'ਚ ਤੁਸੀਂ ਮਤਲਬ ਪਰਿਵਾਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਉਹ ਬੱਚਾ ਇੱਥੋਂ ਚਲ ਗਿਆ ਤੁਹਾਡੀਆਂ ਗਲਤ ਨੀਤੀਆਂ ਕਰਕੇ। ਉਹ ਸੁਸਾਈਡ ਨਹੀਂ ਮੈਂ ਮੰਨਦਾ। ਤੁਸੀਂ ਲੋਕ ਕਿਉਂ ਨਹੀਂ ਪ੍ਰੋਟੈਸਟ ਕਰਦੇ? ਤੁਸੀਂ ਲੋਕ ਕਿਉਂ ਨਹੀਂ ਮਤਲਬ ਆਵਾਜ਼ ਚੁੱਕਦੇ? ਜਿਹੜੇ ਇਹ ਸਿਸਟਮ ਵੱਲੋਂ ਤੇ ਸਰਕਾਰ ਵੱਲੋਂ ਕੀਤਾ ਗਿਆ ਕਤਲ ਹੈ, ਇਹ ਕਤਲ ਹੈ ਕਿ ਤੁਹਾਡੀਆਂ ਮਾੜੀਆਂ ਨੀਤੀਆਂ ਕਰਕੇ ਉਸ ਬੱਚੇ ਨੇ ਕੋਈ ਸ਼ਰਾਬ ਪੀ ਕੇ ਜਾਨ ਥੋੜੀ ਦਿੱਤੀ ਹੈ। ਮਤਲਬ ਉਹਦੇ ਹਾਲਾਤ ਉਹਨੂੰ ਘਰ ਦੇ ਵਿੱਚ ਲੱਗੂਗਾ ਕਿ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾ ਰਿਹਾ। ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਨਹੀਂ, ਉਹਨੂੰ ਮਹਿਸੂਸ ਹੋਇਆ ਕਿਤੇ ਨਾ ਕਿਤੇ ਕਿ ਮੈਂ ਬੋਝ ਬਣ ਕੇ ਰਹਿ ਰਿਹਾ। ਮਹਿਸੂਸ ਹੋਇਆ ਸੀ ਉਹਨੂੰ, ਉਹ ਇਹੀ ਕਹਿ ਰਿਹਾ ਸੀ ਮੈਂ ਕਿਸੇ ਦੇ ਭਾਰ ਨਹੀਂ ਬਣਾ ਜਾਣਾ, ਮੈਂ ਕਿਸੇ ਦੇ ਉੱਤੇ ਨਹੀਂ ਕਰਨਾ। ਮੈਂ ਕਿਹਾ ਕੁਝ ਨਹੀਂ, ਅਸੀਂ ਹੈਗੇ ਹਾਂ, ਸਭ ਕੁਝ ਕਰਦੇ ਹਾਂ, ਤੈਨੂੰ ਕੀ ਪ੍ਰੋਬਲਮ? ਕਰ ਆਪਣਾ ਸਭ ਕੁਝ ਆਪਣਾ, ਕੋਈ ਕਿਰਾਇਆ ਤੁਸੀਂ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਹੁਣ। ਮੈਂ ਕਹਿ ਰਿਹਾ ਜੀ, ਇਹ ਇਕੱਲੇ ਪੰਜਾਬ ਦੇ ਵਿੱਚ ਇਹ ਬੱਚਾ ਨਹੀਂ ਜ਼ਮੀਰ ਵਾਲਾ ਹੋਊਗਾ, ਹੋਰ ਬੱਚੇ ਬੜੇ ਨੇ ਅੱਗੋਂ। ਕਈ ਇਸ ਤਰ੍ਹਾਂ ਦੇ ਸੁਸਾਈਡ ਜਿਹੜੇ ਤੁਹਾਡੇ ਸਾਹਮਣੇ ਆਉਣੇ ਨੇ, ਕਈ ਤੇ ਇਹੋ ਜਿਹੇ ਨੇ ਜਿਹੜੇ ਪਰਿਵਾਰ, ਕਈ ਮੈਂ ਫਿਰ ਇਹਨਾਂ ਦੀ ਮਤਲਬ ਫਰਾਖਦਲੀ ਤੇ ਇਹਨਾਂ ਦੀ ਦਲੇਰੀ ਸਮਾਜ ਨੂੰ ਇੱਕ ਮੈਸੇਜ ਦੇ ਰਹੇ ਨੇ। ਬਹੁਤੇ ਲੋਕਾਂ ਦੇ ਘਰ ਦੇ ਵਿੱਚ ਜੇ ਕੋਈ ਬੱਚਾ ਬਾਪ ਸੁਸਾਈਡ ਕਰ ਜਾਂਦਾ ਤੇ ਉਹ ਸਮਾਜ ਦੇ ਵਿੱਚ ਦੱਸਦੇ ਹੀ ਨਹੀਂ। ਸਾਡੇ ਲੋਕ ਮਤਲਬ ਇਹੀ ਪ੍ਰੈਸ਼ਰ ਸਾਨੂੰ ਆਉਂਦਾ ਹੈ ਕਿ ਯਾਰ ਇਹਦਾ ਪੋਸਟਮਾਰਟਮ ਨਾ ਹੋਵੇ, ਪਤਾ ਨਾ ਲੱਗੇ। ਮਤਲਬ ਜਿੰਨਾ ਚਿਰ ਸਮਾਜਿਕ ਦੇ ਵਿੱਚ ਇਹਨਾਂ ਲੋਕਾਂ ਦੇ ਚਿਹਰੇ ਨੰਗੇ ਨਹੀਂ ਹੋਣੇ, ਜਿਨ੍ਹਾਂ ਕਰਕੇ ਅਸੀਂ ਮਰ ਰਹੇ ਹਾਂ, ਜਿਨ੍ਹਾਂ ਦੀਆਂ ਕਰੋਪੀਆਂ ਕਰਕੇ, ਕਿਵੇਂ ਇਹਨਾਂ ਨੂੰ ਅਕਲ ਆਊਗੀ? ਕਿਵੇਂ ਇਹਨਾਂ ਨੂੰ ਮਤਲਬ ਦੱਸਿਆ ਜਾਊਗਾ? ਇਹ ਲਾਹਨਤ ਹੈ। ਅੱਜ ਲਾਹਨਤ ਪਾਉਣੀ ਇਹਨਾਂ ਨੂੰ ਮੈਂ ਆਇਆ। ਮੈਨੂੰ ਤੇ ਪਤਾ ਵੀ ਨਹੀਂ ਹਲਕਾ ਕਿਹੜਾ ਹੈ, ਇੱਥੋਂ MLA ਕੌਣ ਹੈ, ਇੱਥੋਂ ਕਾਉਂਸਲਰ ਕੌਣ ਹੈ। ਮੇਰਾ ਮਕਸਦ ਕੋਈ ਹਰ ਥਾਂ ਤੋਂ ਵੋਟਾਂ ਲੈਣ ਦਾ ਨਹੀਂ ਹੈ। ਇੱਕ ਮੁਹਿੰਮ ਮੈਂ ਜ਼ਰੂਰ ਚਲਾ ਕੇ ਰੱਖਦਾ ਕਿ ਲੋਕ ਜਾਗਰੂਕ ਤੇ ਹੋਣ ਯਾਰ, ਆਪਣੇ ਹੱਕਾਂ ਲਈ ਲੜਨ ਤੇ ਸਹੀ। ਕਿਉਂ ਨਹੀਂ ਲੜਦੇ? ਪਰ ਮੰਨਾ ਸਾਹਿਬ ਲੜੇ ਨੇ, ਪਿਛਲੇ ਸਾਲ ਤੋਂ ਲੜ ਰਹੇ ਨੇ, ਇੰਨੇ ਇਹਨਾਂ ਨੇ ਪ੍ਰੋਟੈਸਟ ਕੀਤੇ ਨੇ, ਇੰਨੀ ਵਾਰ ਆਪਣੇ ਜਿਮ ਦੇ ਇਕਵਿਪਮੈਂਟਸ ਰੱਖ ਕੇ ਸੜਕਾਂ ਤੇ ਰੱਖਤੇ ਕਿ ਅਸੀਂ ਤਾਂ ਹੁਣ ਸੜਕਾਂ ਤੇ ਆ ਗਏ ਜੇ ਹਲੇ ਵੀ ਸਰਕਾਰ ਨਹੀਂ ਸਮਝ ਰਹੀ। ਜੇ ਇਦਾਂ ਕਰਕੇ ਵੀ, ਇਦਾਂ ਪ੍ਰੋਟੈਸਟ ਕਰਕੇ ਵੀ ਸਰਕਾਰ ਨਹੀਂ ਸਮਝੇਗੀ ਤਾਂ ਕਰੀਏ ਕੀ? ਹੱਲ ਕੀ ਹੈ? ਦੇਖੋ ਮੈਮ, ਜਿਹੜੀਆਂ ਸਰਕਾਰਾਂ ਨੇ ਨਾ ਉਹ ਬਹੁਤ ਗਿਣਤੀ ਤੋਂ ਡਰਦੀਆਂ ਨੇ। ਅੱਜ ਕਿਸਾਨ ਬੈਠੇ ਨੇ ਤੇ ਉਹਨਾਂ ਕੋਲ ਥਰ-ਥਰ ਕੰਬਦੇ ਨੇ। ਇਹ ਚੰਦ ਲੋਕ ਨੇ। ਮੈਂ ਫਿਰ ਸਾਰੇ ਲੋਕਾਂ ਨੂੰ ਕਹਿੰਦਾ ਕਿ ਇਹਨਾਂ ਕੱਲਿਆਂ ਨੂੰ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ। ਇਹਨਾਂ ਦੇ ਨਾਲ ਜਿਹੜੇ ਬਾਕੀ ਕੰਮ ਬੰਦ ਨੇ, ਚਾਹੇ ਉਹ ਦੁਕਾਨਾਂ ਹੈ, ਚਾਹੇ ਉਹ ਰੈਸਟੋਰੈਂਟ ਵਾਲੇ ਨੇ, ਜਦੋਂ ਤੁਸੀਂ ਇਕੱਠ ਵਿਖਾਓਗੇ, ਜਦੋਂ ਤੁਸੀਂ ਏਕਾ ਕਰੋਗੇ, ਇੰਨੀਆਂ ਜੇਲ੍ਹਾਂ ਹੈਗੀਆਂ ਨੇ ਇਹਨਾਂ ਕੋਲੇ ਜਿਹੜੇ ਤੁਹਾਡੇ ਤੇ ਪਰਚੇ ਦੇ ਦੇਣਗੇ। ਪਰ ਇੱਥੇ ਟਾਈਮ ਹੀ ਕੋਈ ਨਹੀਂ ਕੱਢਣਾ ਚਾਹੁੰਦਾ ਇੱਕ ਦੂਜੇ ਲਈ। ਮਤਲਬ ਦੇਖਣਾ ਹੀ ਕੋਈ ਨਹੀਂ ਚਾਹੁੰਦਾ ਕਿ ਹਾਂ ਯਾਰ ਫਲਾਣੀ ਇੱਥੇ ਇਹਨਾਂ ਦੀ ਡੈਥ ਹੋਈ ਆ। ਤੇ ਮੇਰਾ ਖਿਆਲ ਅੱਜ ਸਾਰਾ ਲੁਧਿਆਣਾ ਜਿਹੜਾ ਇੱਥੇ ਢੁੱਕ ਜਾਣਾ ਚਾਹੀਦਾ ਸੀ ਕਿ ਆਓ ਤੁਹਾਡੇ ਨਾਲ ਖੜੇ ਆ ਯਾਰ, ਮਤਲਬ ਆਓ ਬਾਕੀ ਕੰਮ ਚਲਾਈਏ। ਇੱਥੇ ਦੁਨੀਆ ਇੱਕ ਦੂਜੇ ਦਾ ਤਮਾਸ਼ਾ ਵੇਖਣਾ ਜਦੋਂ ਅਸੀਂ ਛੱਡਾਂਗੇ ਤੇ ਫਿਰ ਇਹਦਾ ਹੱਲ ਨਿਕਲਣਾ ਨਾ। ਮੈਂ ਦੇਖਿਆ ਇਹਨਾਂ ਨੂੰ ਪ੍ਰੋਟੈਸਟ ਕਰਦੇ ਕਿ ਮਤਲਬ ਨੰਗੇ ਪਿੰਡੇ ਪ੍ਰੋਟੈਸਟ ਕਰ ਰਹੇ ਸੀ, ਥਾਲੀਆਂ ਖੜਕਾ ਰਹੇ ਸੀ। ਕਿੰਨੀ ਗਿਣਤੀ ਸੀਗੇ? 10, 20, 50, 100, 150 ਲੋਕ ਸੀਗਾ। ਇਹੀ ਚੱਲਣ 10,000 ਬੰਦਾ। ਮੈਂ ਫਿਰ ਕਾਲ ਕਰਦਾ ਤੁਹਾਨੂੰ, ਆਓ ਕਿਸੇ ਦਿਨ। ਇੱਕ ਦਿਨ ਦੇ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਦੁਬਾਰਾ ਗਾਈਡਲਾਈਨ ਜਾਰੀ ਕੀਤੀ ਸੀ ਜਦੋਂ ਮੈਂ ਉਹ ਵਿਆਹਾਂ ਦੇ ਉੱਤੇ ਬੋਲਿਆ ਸੀ ਕਿ ਸ਼ਾਦੀਆਂ ਨਹੀਂ ਹੋਣ ਦੇ ਰਹੇ। ਤੁਸੀਂ ਆਪਣੀ ਸਟਰੈਂਥ ਕਿਉਂ ਨਹੀਂ ਵਿਖਾਉਂਦੇ? ਇਹੀ ਲੋਕ ਨੇ ਜਿਹੜੇ 5-5 ਵੋਟਾਂ ਲਈ ਤੁਹਾਡੀਆਂ ਜੁੱਤੀਆਂ ਚੱਟਣ ਤੱਕ ਜਾਂਦੇ ਨੇ। ਔਰ ਜਦੋਂ ਪੂਰੀ ਸਟਰੈਂਥ ਦੇ ਨਾਲ ਤੁਸੀਂ ਬਾਹਰ ਆਓਗੇ, ਸਾਰਾ ਕੁਝ ਕਰੋਗੇ ਤੇ ਤੁਹਾਡੀਆਂ ਹੀ ਵੋਟਾਂ ਨਾਲ ਬਣਦੇ ਨੇ। ਨਹੀਂ ਮੰਨਦੇ ਤੇ ਆਪਣੀ ਸਟਰੈਂਥ ਇਹ ਵਿਖਾਓ ਕਿ ਯਾਰ ਅੱਜ ਤੋਂ ਬਾਅਦ ਇਹ ਇਲੈਕਸ਼ਨ ਲੜੂਗਾ, ਅੱਜ ਤੋਂ ਬਾਅਦ ਇਹ ਇਲੈਕਸ਼ਨ ਲੜਨਗੇ। ਇਹਨਾਂ ਨੂੰ ਖਤਰਾ ਤੇ ਹੋਵੇ। ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਅਨਪੜ੍ਹ ਹੋ। ਤੁਸੀਂ ਜੇ ਪੜ੍ਹੇ ਲਿਖੇ ਵੀ ਉਹ ਪੜ੍ਹੇ ਲਿਖੇ ਲੋਕ ਅਨਪੜ੍ਹ ਨੇ। ਮੈਂ ਤੁਹਾਨੂੰ ਦੱਸਾਂ, ਮਤਲਬ ਆਪਣੇ ਹੱਕਾਂ ਲਈ ਜਾਗਰੂਕ ਨਹੀਂ ਹੋਣਾ ਚਾਹੁੰਦੇ। ਇਹਨਾਂ ਦੇ ਉੱਤੇ ਇਸ ਤਰ੍ਹਾਂ ਰਾਜ ਕਰ ਰਹੇ ਨੇ ਸਾਡੇ ਲੋਕਾਂ ਦੇ ਉੱਤੇ, ਜਿਵੇਂ ਗਾਵਾਂ ਭੇਡਾਂ ਦੇ ਉੱਤੇ ਸਾਨੂੰ ਬੰਨ੍ਹ ਦਿੰਦੇ ਨੇ, ਕਦੀ ਖੁਰਲੀ ਨਾਲ ਪੱਠੇ ਪਾਉਣ ਲਈ ਸਾਨੂੰ ਬਾਹਰ ਕੱਢ ਦਿੰਦੇ ਨੇ। ਇਸ ਤਰੀਕੇ ਸਾਡੇ ਨਾਲ ਜਿਹੜਾ ਰਾਜ ਕੀਤਾ ਜਾ ਰਿਹਾ। ਮੈਂ ਫਿਰ ਮੇਰੇ ਇਕੱਲੇ ਨਾਲ ਤਾਂ ਕੁਝ ਨਹੀਂ ਹੋਣਾ, ਤੁਹਾਡੇ ਮਾਧਿਅਮ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਇਹ ਲੋਕ ਆਪ ਇਕੱਠੇ ਨਹੀਂ ਹੋਣਗੇ। ਮਤਲਬ ਕਿਸੇ ਥਾਂ ਦੇ ਉੱਤੇ ਇਹ ਨਹੀਂ ਕਿ ਮਨਦੀਪ ਸਿੰਘ ਮੰਨੇ ਨੂੰ ਆਉਣ ਦੀ ਲੋੜ ਪਵੇ, ਕਿਸੇ ਥਾਂ ਦੇ ਉੱਤੇ ਸੁਮਨ ਹੋਣਾ ਨੂੰ ਆਉਣ ਦੀ ਲੋੜ ਪਵੇ। ਜਦੋਂ ਇਹ ਲੋਕ ਆਪਣੀ ਆਵਾਜ਼ ਖੁਦ ਬਣਨੀ ਸ਼ੁਰੂ ਕਰ ਦੇਣਗੇ ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਤੁਹਾਡੀ ਕਮੀਆਂ ਦਾ ਅਹਿਸਾਸ ਕਰਾਇਆ ਮੰਨਾ ਸਾਹਿਬ ਨੇ। ਲੱਗ ਰਿਹਾ ਕਿ ਕਮੀਆਂ ਸੀਗੀਆਂ ਜਦੋਂ ਪ੍ਰੋਟੈਸਟ ਕੀਤਾ? ਮੈਡਮ, ਅਸੀਂ ਤਾਂ ਡੈਮੋਕ੍ਰੇਸੀ ਦੇ ਨਾਲ ਹੀ, ਜਿਹੜਾ ਲੋਕਤੰਤਰ ਦੇ ਵਿੱਚ ਜਿਹੜਾ ਸਾਨੂੰ ਰਾਈਟ ਦਿੱਤੇ ਉਸ ਹਿਸਾਬ ਨਾਲ ਹੀ ਪ੍ਰੋਟੈਸਟ ਕਰ ਸਕਦੇ ਹਾਂ। ਤੇ ਪਰ ਮੈਂ ਇਹੀ ਗੱਲ ਕਹੂੰਗਾ, ਮਾੜੀ ਸਰਕਾਰ ਦੇ ਮਾੜੇ ਕੰਮ, ਠੇਕੇ ਖੁੱਲੇ, ਜਿਮ ਬੰਦ।
ਠੀਕ ਹੈ ਨਾ। ਇੱਥੇ ਇਕੱਲਾ ਵਰਿੰਦਰ ਕੋਹਲੀ ਨਹੀਂ ਪੂਰਾ ਹੋਇਆ, ਜਾਂ ਉਹਨੇ ਨਹੀਂ, ਮੈਂ ਸ਼ਹਾਦਤ ਹੀ ਕਹੂੰਗਾ ਇਹਨੂੰ ਵੀ ਉਹਨੇ ਇਕੱਲੇ ਨੇ ਸ਼ਹਾਦਤ ਨਹੀਂ ਦਿੱਤੀ। ਉਹ ਗਿਆ ਸਰੀਰਕ ਪੱਖੋਂ। ਪੰਜਾਬ ਦੇ ਜਿੰਨੇ ਜਿਮ ਵਾਲੇ ਆ ਉਹ ਜਿਹੇਨੀ ਪੱਖੋਂ ਮਰ ਚੁੱਕੇ ਆ। ਇਕੱਲਾ ਸਰੀਰ ਦਾ ਜਾਣਾ ਨਹੀਂ ਹੁੰਦਾ, ਇਹਨਾਂ ਨੇ ਛੱਡਿਆ ਕੀ ਆ? ਸਾਨੂੰ ਦਿਮਾਗੀ ਤੌਰ ਤੇ ਸਾਡੀਆਂ ਆਤਮਾ ਤੱਕ ਨੂੰ ਮਾਰਤਾ। ਇਕੱਲਾ ਸਾਨੂੰ ਨਹੀਂ ਮਾਰਿਆ, ਸਾਡੀਆਂ ਫੈਮਲੀਆਂ, ਸਾਡੇ ਨਾਲ ਜੁੜੇ ਹੋਏ ਜਿੰਨੇ ਵੀ ਸਾਡੇ ਰੋਜ਼ਗਾਰ ਜਿਹੜੇ ਸਾਡੇ ਇੰਪਲੋਈ ਸੀ ਸਭ ਨੂੰ ਮਾਰਤਾ। ਇਹਨਾਂ ਦਾ ਕੰਮ ਕੀ ਆ ਕੈਪਟਨ ਸਾਹਿਬ ਦਾ? ਇੱਕ ਦਿਨ ਆਉਂਦੇ ਆ ਜੀ ਫੇਸਬੁੱਕ ਤੇ ਸਾਡੇ ਪੰਜਾਬ ਦਾ ਇੱਕ ਬੰਦੇ, ਮੈਨੂੰ ਪੰਜਾਬੀ ਦੀ ਜਾਨ ਪਿਆਰੀ ਆ, ਜਿਹੜਾ ਵਰਿੰਦਰ ਕੋਹਲੀ ਸਾਡਾ ਪੂਰਾ ਹੋਇਆ ਪੰਜਾਬੀ ਨਹੀਂ ਸੀ? ਕੀ ਬਣਦਾ ਨਹੀਂ ਸੀਗਾ ਇੱਕ ਕੰਡੋਲੈਂਸ, ਕੋਈ ਇੱਕ ਮੈਸੇਜ ਹੀ ਇਹਨਾਂ ਦੀ ਫੈਮਿਲੀ ਨੂੰ ਇੱਕ ਉਹ ਕਨਵੇ ਕਰ ਦਿੰਦੇ? ਨਹੀਂ ਹੈ। ਪਰ ਸਰਕਾਰ ਨੂੰ ਪਹਿਲਾਂ ਸਰਕਾਰ ਪਈ ਸੀ ਕਿਸਾਨਾਂ ਦੇ ਭਾਰੀ, ਪਹਿਲਾਂ ਨੇ ਮਾਰੀ ਕਿਸਾਨੀ, ਹੁਣ ਮਾਰਿਆ ਪੰਜਾਬ ਦੀ ਜਵਾਨੀ। ਪਹਿਲਾਂ ਆਪਾਂ ਸੁਣਦੇ ਸੀ ਕਿਸਾਨ ਸੁਸਾਈਡ ਕਰਦੇ ਸੀ, ਤਾਂ ਤੁਹਾਡੇ ਸਾਹਮਣੇ ਆ ਭਲਵਾਨ ਸੁਸਾਈਡ ਕਰ ਗਿਆ। ਕਿੱਡੀ ਸ਼ਰਮ ਦੀ ਗੱਲ ਆ, ਦੇਸ਼ ਦਾ ਕਿਸਾਨ ਤੇ ਦੇਸ਼ ਦਾ ਭਲਵਾਨ ਦੋਨੇ ਮਾਰਤੇ। ਦੂਜੀ ਗੱਲ ਮੈਂ ਕਹੂੰਗਾ ਜੀ ਸਾਡੇ ਮਾੜੇ ਕਰਮ, ਸਾਡਾ ਪ੍ਰਧਾਨ ਮੰਤਰੀ ਵੀ ਮਾੜਾ ਮਿਲਿਆ ਸਾਨੂੰ ਇਸ ਮਾੜੇ ਟਾਈਮ ਤੇ ਸਾਡਾ ਮੁੱਖ ਮੰਤਰੀ ਵੀ ਮਾੜਾ ਵਾ। ਇਹ ਡਾਇਲੌਗ ਤਾਂ ਬਹੁਤ ਲੋਕ, ਮੈਨੂੰ ਲੱਗਦਾ ਕਿ ਹਰ ਆਮ ਬੰਦਾ ਅੱਜ ਕੱਲ੍ਹ ਇਹੀ ਬੋਲ ਰਿਹਾ ਕਿ ਨਾ ਮੁੱਖ ਮੰਤਰੀ ਚੱਜ ਦਾ ਮਿਲਿਆ ਤੇ ਨਾ ਪ੍ਰਧਾਨ ਮੰਤਰੀ। ਦੇਖੋ ਅਸੀਂ ਸੁਣਦੇ ਸੀਗੇ ਕਿ ਮਤਲਬ 70 ਸਾਲ ਤੋਂ ਸਾਡੇ ਤੇ ਰਾਜ ਹੋ ਗਿਆ, ਕੰਪਿਊਟਰਸ ਆ ਗਏ, ਇਹ ਹੋ ਗਿਆ, ਬੜਾ ਮਤਲਬ ਇੰਡੀਆ ਡਿਜੀਟਲ ਇੰਡੀਆ ਹੋ ਗਿਆ। ਅੱਜ ਮੈਂ ਕਰੋਨਾ ਦੀ ਮਿਹਰਬਾਨੀ ਹੈ ਕਿ ਉਹਨੇ ਇਹਨਾਂ ਦਾ ਸਿਸਟਮ ਸਾਡੇ ਲੋਕਾਂ ਕੋਲੋਂ ਤੋਂ ਨੰਗਾ ਹੋਇਆ ਨਹੀਂ, ਰੈਲੀਆਂ ਕਰ ਕਰਕੇ ਉਹਨੇ ਨੰਗਾ ਕਰ ਦਿੱਤਾ ਕਿ ਤੁਹਾਡੇ ਪੱਲੇ ਕੁਝ ਨਹੀਂ ਹੈਗਾ। ਮੈਂ ਭਾਈ ਸਾਹਿਬ ਜਿਵੇਂ ਕਹਿ ਰਹੇ ਕਿ ਅਸੀਂ ਡੈਮੋਕ੍ਰੇਸੀ ਦੇ ਨਾਲ ਅਸੀਂ ਆਪਣਾ ਪ੍ਰੋਟੈਸਟ ਕਰਦੇ ਹਾਂ। ਮੈਂ ਇੱਕ ਸਵਾਲ ਤੁਹਾਨੂੰ ਵੀ ਕਰਨਾ ਚਾਹੁੰਦਾ ਕਿ ਜਿਹੜੀਆਂ ਇਹਨਾਂ ਤੁਹਾਡੇ ਉੱਤੇ ਪਾਬੰਦੀਆਂ ਲਾਈਆਂ ਨੇ ਉਹ ਕਿਤੇ ਡੈਮੋਕ੍ਰੇਸੀ 'ਚ ਹੈਗੀਆਂ ਨੇ? ਜਦੋਂ ਉਹ ਡੈਮੋਕ੍ਰੇਸੀ ਨਹੀਂ ਵਰਤਦੇ ਤੁਸੀਂ ਲੋਕ ਕਿਉਂ ਡੈਮੋਕ੍ਰੇਸੀ? ਅਸੀਂ ਮਤਲਬ ਲਕੀਰ ਦੇ ਫਕੀਰ ਹਾਂ। ਤੁਹਾਡੇ ਕੰਮ ਬਿਲਕੁਲ ਬੰਦ ਨੇ ਅੱਜ 1 ਸਾਲ ਤੋਂ, ਤੇ ਸਰਕਾਰ ਨੇ ਤੁਹਾਨੂੰ ਬਿਜਲੀ ਦੇ ਬਿੱਲ ਮਾਫ ਨਹੀਂ ਕੀਤੇ, ਬਕਾਇਦਾ ਐਵਰੇਜ ਨਾਲ ਬਿੱਲ ਲੱਗ ਕੇ ਆ ਰਹੇ ਨੇ। ਇਹ ਡੈਮੋਕ੍ਰੇਸੀ ਹੈ? ਤੁਹਾਡੇ ਘਰਾਂ ਦੇ ਵਿੱਚ ਰਾਸ਼ਨ ਨਹੀਂ ਹੈ, ਮਤਲਬ ਬੱਚੇ ਪੜ੍ਹਾਈ ਨੂੰ ਤਰਸ ਰਹੇ ਨੇ, ਸਾਰਾ ਕੁਝ ਸਾਡਾ ਬਰਬਾਦ ਕਰਕੇ ਰੱਖ ਦਿੱਤਾ। ਇਹ ਨਾ ਦੇਖੋ, ਇਨਕਲਾਬ ਲਿਆਉਣਾ ਤੇ ਆਪਣੇ ਹੱਕਾਂ ਲਈ ਲੜੋ। ਡੈਮੋਕ੍ਰੇਸੀ ਖੁਦ ਤੈਅ ਕਰੋ ਕਿ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਨਾ। ਆਹ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਆਹ ਸਾਡੇ ਹੱਕ ਹੋਣੇ ਚਾਹੀਦੇ ਨੇ। ਸਰਕਾਰ ਆਪਣੀ ਨੀਤੀ ਦੇ ਵਿੱਚ, ਆਪਣੀ ਪਾਲਿਸੀ ਦੇ ਵਿੱਚ ਬਿਲਕੁਲ ਕਾਮਯਾਬ ਹੈ। ਦੇਖੋ ਪੰਜਾਬ 'ਚ ਬੱਚੇ ਨਹੀਂ ਬਚੇ, ਬੱਚੇ ਪੜ੍ਹੇ ਲਿਖੇ ਬਾਹਰ ਜਾ ਰਹੇ ਨੇ। ਪੜ੍ਹੇ ਲਿਖੇ ਦੇ ਨਾਲ ਜਿਹੜੇ ਇਨਕਲਾਬੀ ਬੱਚੇ ਨੇ ਉਹ ਵੀ ਤੁਹਾਡੇ ਇੱਥੇ ਇੰਡੀਆ ਦੇ ਵਿੱਚ ਪੰਜਾਬ 'ਚ ਰਹਿਣਾ ਪਸੰਦ ਨਹੀਂ ਕਰਦੇ, ਕਿਉਂਕਿ ਬੱਚੇ ਸਵੇਰੇ ਸੋਸ਼ਲ ਮੀਡੀਆ ਦੇਖਦੇ ਨੇ, ਉਹ ਦੇਖਦੇ ਆ ਕਿ ਕੈਨੇਡਾ 'ਚ ਕਿਵੇਂ ਚੱਲਦਾ, ਉੱਥੇ ਕੋਈ ਧੱਕਾ ਨਹੀਂ ਹੁੰਦਾ। ਜੇ ਪੁਲਿਸ ਵਾਲੇ ਨੇ ਕੁਝ ਗਲਤ ਕੀਤਾ ਤੇ ਉਹਨੂੰ ਸਜ਼ਾ ਮਿਲਦੀ ਹੈ, ਹੱਕ ਮਿਲਦੇ ਨੇ। ਜੇ ਉੱਥੇ ਕੋਈ ਬੰਦ ਹੈ ਤੇ ਉੱਥੇ ਲੋਕਾਂ ਨੂੰ ਆਹ ਮਿਲ ਰਿਹਾ। ਜਦੋਂ ਸਾਡੇ ਦੇਖਦੇ ਨੇ ਤੇ ਇੱਕ ਪੁਲਿਸ ਵਾਲਾ ਰੇੜੀ ਨੂੰ ਲੱਤਾਂ ਮਾਰਦਾ, ਫਿਰ ਉਹ ਬੱਚਾ ਜਿਹੜਾ ਇਨਕਲਾਬੀ ਹੁੰਦਾ ਤੇ ਉਹ ਕਹਿੰਦਾ ਨਹੀਂ ਯਾਰ, ਜੇ ਮੈਂ ਇਕੱਲਾ ਲੜ ਨਹੀਂ ਸਕਦਾ ਤੇ ਮੈਂ ਇੱਥੇ ਰਹਿਣਾ ਹੀ ਨਹੀਂ। ਜ਼ਮੀਰ ਵਾਲਾ ਬੱਚਾ ਰਹਿਣਾ ਹੀ ਨਹੀਂ ਚਾਹੁੰਦਾ। ਇਹੀ ਤੇ ਸਰਕਾਰ ਚਾਹੁੰਦੀ ਹੈ, ਨਾ ਇੱਥੇ ਪੜ੍ਹੇ ਲਿਖੇ ਬੱਚੇ ਰਹਿਣ, ਨਾ ਇੱਥੇ ਇਨਕਲਾਬੀ ਬੱਚੇ ਰਹਿਣ, ਨਾ ਇੱਥੇ ਜ਼ਮੀਰ ਵਾਲੇ ਲੋਕ ਰਹਿਣ। ਜ਼ਮੀਰ ਮਰੇ ਲੋਕ ਉਹਨਾਂ ਨੂੰ ਚਾਹੀਦੇ ਨੇ ਕਿ ਅਖੀਰ ਦੇ ਵਿੱਚ ਵੋਟਾਂ ਦੇ ਵਿੱਚ ਆਉਣ। ਔਰ ਇਹੋ ਲੋਕ ਸਾਡੇ ਮਤਲਬ ਇੱਥੇ ਜਦੋਂ ਕੋਈ ਐਮਐਲਏ ਦੀ ਇਲੈਕਸ਼ਨ ਲੜਨ ਆਉਂਦਾ ਪਾਰਟੀਆਂ ਲੋ ਤੇ ਉਹਨੂੰ ਜੱਫੀਆਂ ਪਾਉਂਦੇ ਫਿਰਦੇ ਨੇ ਤੇ ਉਹਨੂੰ ਚਾਹਾਂ ਪਿਆਉਂਦੇ ਫਿਰਦੇ ਨੇ, ਕੋਈ ਹੱਕ ਆਪਣੇ ਨਹੀਂ ਮੰਗਦਾ। ਲੋਕਾਂ ਦੀ ਸੋਚ ਕਿੱਥੇ ਖਤਮ ਹੋ ਗਈ? ਐਮਐਲਏ ਤੋਂ ਆਸ ਕੀ ਕਰਦੇ ਹਾਂ ਅਸੀਂ, ਐਮਪੀ ਤੋਂ ਆਸ ਕੀ ਕਰਦੇ ਹਾਂ, ਮੰਤਰੀ ਤੋਂ ਆਸ ਕੀ ਕਰਦੇ ਹਾਂ? ਗਲੀ ਬਣਾ ਦੇ, ਨਾਲੀ ਬਣਾ ਦੇ। ਇਹ ਡਿਵੈਲਪਮੈਂਟ ਨਹੀਂ ਹੈ, ਇਹ ਕੰਸਟਰਕਸ਼ਨ ਹੈ। ਸਾਨੂੰ ਡਿਵੈਲਪਮੈਂਟ ਚਾਹੀਦੀ ਹੈ। ਸਿੱਖਿਆ ਤੇ ਸਿਹਤ ਦੀ ਗੱਲ ਹੀ ਨਹੀਂ ਕੀਤੀ ਕਦੀ। ਸਿੱਖਿਆ ਚਾਹੀਦੀ ਹੈ, ਸਾਡੀ ਸਿਹਤ ਦਾ ਧਿਆਨ ਰੱਖਣ ਵਾਲਾ ਚਾਹੀਦਾ, ਸਾਡੇ ਰੁਜ਼ਗਾਰ ਦਾ ਬੰਦੋਬਸਤ ਕਰਨ ਵਾਲਾ ਚਾਹੀਦਾ, ਸਾਡੀਆਂ ਮਤਲਬ ਜਿਹੜੀਆਂ ਧੀਆਂ ਭੈਣਾਂ ਉਹਦੀ ਇੱਜ਼ਤ, ਉਹ ਸੁਰੱਖਿਆ ਦਾ ਇੰਤਜ਼ਾਮ ਕਰਨ ਵਾਲੇ ਲੋਕ ਚਾਹੀਦੇ ਨੇ। ਅਸੀਂ ਕੀ ਮਰ ਜੰਨੇ ਆ ਗਲੀ ਨਾਲੀ ਦੇ ਉੱਤੇ? ਤੇ ਕਿੱਥੋਂ ਮਤਲਬ ਇਹ ਭਾਰਤ ਜਿਹੜਾ ਪੜ੍ਹੇ ਲਿਖੇ ਲੋਕ, ਮੈਂ ਇਹ ਨਹੀਂ ਕਹਿੰਦਾ ਕਿ ਇੱਕ ਤੁਸੀਂ ਝੁੱਗੀ ਝੌਂਪੜੀ 'ਚ ਜਾਓ ਨਾ, ਉਹਦੀ ਡਿਮਾਂਡ ਤੇ ਹੋਣੀ ਚਾਹੀਦੀ ਹੈ ਕਿ ਮੇਰੇ ਪਾਣੀ ਦਾ ਨਲਕਾ ਲਵਾ ਦਿਓ, ਮੇਰੀ ਸੜਕ ਬਣਾ ਦਿਓ। ਮੈਂ ਤੁਹਾਨੂੰ PhD ਲੋਕ ਦੱਸਦਾ ਜਿਹੜੇ ਮੇਰੇ ਕੋਲ ਆ ਕੇ ਇਹ ਅਪਰੋਚ ਕਰਨਗੇ ਕਿ ਭਾਜੀ ਮੇਰੀ ਸੜਕ ਨਹੀਂ ਬਣੀ, ਮੇਰੀ ਨਾਲੀ ਦੇ ਵਿੱਚ ਸੀਵਰ ਬਲੌਕ ਹੈ। ਮਤਲਬ ਇਹ ਸਾਡੇ ਫੰਡਾਮੈਂਟਲ ਰਾਈਟ ਨੇ। ਤੇ ਜੇ ਮੈਂ ਸੜਕ ਦੇ ਉੱਤੇ ਟੈਕਸ ਦਿੰਨਾ, ਇੱਥੇ ਬਹਾਨਾ ਕੀ ਕੀਤਾ ਜਾਂਦਾ ਕਿ ਟੈਕਸ ਜਿਹੜਾ ਉਹ ਹਰ ਬੰਦਾ ਨਹੀਂ ਦਿੰਦਾ। ਜਿਹੜੇ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਰਿਟਰਨ ਭਰਦਾ ਉਹ ਟੈਕਸ ਹੈ। ਟੈਕਸ ਮੈਂ ਇੱਕ ਰੇਹੜੀ ਵਾਲੇ ਦੇ ਘਰ ਜੇ ਸਾਬਣ ਤੇਲ ਵੀ ਆਇਆ ਤੇ ਉਹਦੇ ਉੱਤੇ ਉਹ ਟੈਕਸ ਦੇ ਕੇ ਆਇਆ। ਇਹ ਕੀ ਸਮਝਦੇ ਨੇ? ਨੋਟ ਛਾਪ ਤੇ ਕਿ ਸਾਨੂੰ ਰਿਜ਼ਰਵ ਬੈਂਕ ਦੇ ਵਿੱਚੋਂ ਦਿੰਦੇ ਨੇ, ਸਾਡੀ ਡਿਵੈਲਪਮੈਂਟ ਕਰਦੇ ਨੇ, ਸਾਡੇ ਉੱਤੇ ਅਹਿਸਾਨ ਹੈ ਕੋਈ? ਮਤਲਬ ਸਾਡੇ ਦਿੱਤਾ ਲੋਕਾਂ ਦਾ ਟੈਕਸ, ਜਿਹਦੇ ਬਦਲੇ ਤਨਖਾਹਾਂ ਵੀ ਲੈਂਦੇ ਨੇ, ਆਪਣੀਆਂ ਗੱਡੀਆਂ ਵੀ ਚਲਾਉਂਦੇ ਨੇ, ਆਪਣੀ ਯਾਸ਼ੀ ਵੀ ਕਰਦੇ ਨੇ। ਉੱਥੇ 5-5 ਹਜ਼ਾਰ ਦੀਆਂ ਕੋਠੀਆਂ ਗੱਜਦੀਆਂ ਇਹਨਾਂ ਦੇ ਕੋਠੀਆਂ ਨੇ ਜਿਹਦੇ ਵਿੱਚ ਰਹਿੰਦੇ ਨੇ। ਉਹ ਸਾਡੇ ਲੋਕਾਂ ਦਾ ਦਿੱਤਾ ਪੈਸਾ। ਤੇ ਜਦੋਂ ਸਾਡੇ ਤੇ ਲੱਗਣ ਦੀ ਵਾਰੀ ਆਉਂਦੀ ਹੈ ਉਹਦੇ 'ਚੋਂ 40% ਕਮਿਸ਼ਨ ਅਲੱਗ ਖਾਂਦੇ ਨੇ ਤਨਖਾਹਾਂ ਦੇ ਨਾਲ। ਸਾਨੂੰ ਲੋਕਾਂ ਨੂੰ ਕਦੋਂ ਅਕਲ ਆਉਣੀ ਹੈ ਕਿ ਅਸੀਂ ਇਸ ਚੀਜ਼ ਤੋਂ ਬਾਹਰ ਆਈਏ ਕਿ ਸਾਡੀ ਗਲੀ ਨਾਲੀ ਨਹੀਂ? ਸਾਡੇ ਇਲਾਕੇ ਦੇ ਵਿੱਚ ਐਮਐਲਏ ਨੂੰ ਪੁੱਛੋ ਕਿ ਤੂੰ ਇੰਨੀ ਦੇਰ ਐਮਐਲਏ ਰਿਹਾ, ਤੂੰ ਕਿੰਨੇ ਬੱਚੇ ਸਾਡੇ ਇਲਾਕੇ ਦੇ ਨੌਕਰੀ ਲੱਗੇ? ਇੰਨੇ ਸਾਲ ਵੋਟ ਪਾਈ ਕਾਂਗਰਸ ਨੂੰ, ਕਦੀ ਪੁੱਛਿਆ ਤੁਸੀਂ ਇਹ ਐਮਐਲਏ ਨੂੰ? ਨਹੀਂ ਜੀ, ਬਿਲਕੁਲ ਨਾ। ਆ ਕੇ ਤੁਹਾਨੂੰ ਪੁੱਛੇ ਕੁਛ ਨਹੀਂ ਵੀ ਕੀ ਕਰਦੇ ਹੋ। ਚਾਹੀਦਾ ਨਹੀਂ ਸੀ ਪੁੱਛਣਾ? ਚਾਹੀਦਾ ਸੀ, ਸਭ ਤੋਂ ਵੱਡਾ ਚਾਹੀਦਾ ਹੀ ਹੈ। ਜਦ ਕਿ ਮੀਡੀਆ ਨੇ ਸਾਰਾ, ਕੱਲ੍ਹ ਤੱਕ ਕੈਨੇਡਾ ਤੱਕ ਫੋਨ ਆ ਰਹੇ ਆ ਮੈਨੂੰ, ਆਸਟ੍ਰੇਲੀਆ ਤੋਂ ਫੋਨ ਆ ਰਹੇ ਵੀ ਭਾਜੀ ਤੁਸੀਂ, ਬੜਾ ਦੁੱਖ ਆ ਸਾਨੂੰ,
और इंटरव्यू उन्होंने सुनिए कहते जो किया तुसीं सही गल्लां कीतियां ਉਹਦੇ 'ਚ किसी के खिलाफ नहीं की सही की जो कैप्टन साहब कर रहे इन्होंने आप ही नहीं कभी ਪੁੱਛਿਆ ਉਹਨਾਂ ਨੂੰ? ਦੇਖੋ ਮੈਮ ਮਤਲਬ ਮੈਂ ਪੁੱਛਣਾ ਹੀ ਕੋਈ ਨਹੀਂ ਚਾਹੁੰਦਾ ਪੁੱਛਣਾ ਦੇਖੋ ਪੁੱਛਾਂਗੇ ਕਿਦਾਂ ਉੱਥੇ ਜਾਵਾਂਗੇ ਸਾਨੂੰ ਅੰਦਰ ਹੀ ਕੋਈ ਵੜਨ ਮੈਂ ਦੱਸਦਾ ਇਹ ਡੈਮੋਕ੍ਰੇਸੀ ਨਾਂ ਦੀ ਹੈ ਸਾਡੇ ਇਹ ਸਵਾਲ ਕਰਨਗੇ ਇੱਥੇ ਤੇ ਇਹਨਾਂ ਵੱਲ ਸਵੇਰੇ ਮਤਲਬ ਉਹ ਭੇਜ ਦਿੱਤੇ ਜਾਣਗੇ ਸੇਲ ਟੈਕਸ ਵਾਲੇ ਇਹਨਾਂ ਦੇ ਮਕਾਨ ਦਾ ਨਕਸ਼ਾ ਵੇਖਣ ਵਾਲੇ ਭੇਜ ਦਿੱਤੇ ਜਾਣਗੇ ਕਿ ਐਮਐਲਏ ਨੂੰ ਸਵਾਲ ਕੀਤਾ ਸਾਡੇ ਹਾਲਾਤ ਇਹ ਨੇ ਅਸੀਂ ਗੁਲਾਮ ਆ ਸਾਡੇ ਨਾਲੋਂ ਅੰਗਰੇਜ਼ਾਂ ਦਾ ਰਾਜ ਜ਼ਿਆਦਾ ਚੰਗਾ ਸੀਗਾ ਉਹ ਕੁਝ ਤਬਕੇ ਨੂੰ ਪਰੇਸ਼ਾਨ ਕਰਦੇ ਸੀ ਜਾਂ ਮਤਲਬ ਉਹ ਕਰਪਸ਼ਨ ਤਾਂ ਨਹੀਂ ਸੀ ਨਾ ਕਰਦੇ ਮਤਲਬ ਸਾਨੂੰ ਪਤਾ ਤੇ ਲੱਗਦਾ ਸੀ ਨਾ ਵੀ ਕੀ ਆ ਰਿਹਾ ਸਾਡੇ ਪੰਜਾਬ 'ਚ ਤੇ ਸਾਡੇ ਦੇਸ਼ 'ਚ ਕੀ ਲੱਗ ਰਿਹਾ ਇੱਥੇ ਜੇ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ ਮੈਂ ਘਰ ਦੇ ਵਿੱਚ ਆਪਣੇ ਬੱਚੇ ਪਾਲਣ ਲਈ ਕਰਿਆਨੇ ਦੀ ਦੁਕਾਨ ਵੀ ਕਰਨੀ ਹੋਵੇ ਨਾ ਮੈਂ ਮਤਲਬ ਦਾਲ ਆਟਾ ਹੀ ਵੇਚਣਾ ਹੋਵੇ ਤੇ ਜਿੰਨੀ ਦੇਰ ਤੱਕ ਮੈਂ ਕਿਸੇ ਕਾਉਂਸਲਰ ਨੂੰ ਜਿੰਨੀ ਦੇਰ ਤੱਕ ਮੈਂ ਕਿਸੇ ਐਮਐਲਏ ਐਮਪੀ ਨੂੰ ਸਲਾਮ ਨਹੀਂ ਕਰਦਾ ਤੇ ਮੈਂ ਘਰ 'ਚ ਕਰਿਆਨਾ ਵੀ ਨਹੀਂ ਵੇਚ ਸਕਦਾ ਮੈਂ ਦੁਕਾਨ ਵੀ ਨਹੀਂ ਪਾ ਸਕਦਾ ਆਪਣੇ ਘਰ ਦੇ ਵਿੱਚ ਨਾਮ ਦੀ ਡੈਮੋਕ੍ਰੇਸੀ ਹੈ ਡਰ ਹੈ ਸਾਡੇ ਮਨ ਦੇ ਵਿੱਚ ਇਹ ਡਰ ਕੱਢਣਾ ਪਊਗਾ ਮੈਂ ਕਹਿੰਦਾ ਕਿ ਕਿਉਂ ਲੜੋ ਇੱਕ ਹਲਕੇ ਦੇ ਵਿੱਚ 1.5-2 ਲੱਖ ਵੋਟ ਹੋਏਗੀ ਇੱਕ ਬੰਦੇ ਨੂੰ ਬੰਦਾ ਡਰਾ ਲੇਗਾ ਐਮਐਲਏ ਦੋ ਨੂੰ ਡਰਾ ਲੇਗਾ ਜਦੋਂ ਤੁਸੀਂ ਪੂਰੀ ਸਟਰੈਂਥ ਵਿਖਾਓਗੇ ਕਿ ਆਪਣੇ ਹੱਕ ਲਈ ਲੜਨਾ ਜੈਨੂਨ ਹੱਕ ਹੈ ਮਤਲਬ ਇੱਕ ਸਿੰਪਲ ਜਿਹਾ ਮੁੱਦਾ ਇਹਦੇ ਉੱਤੇ ਅਸੀਂ ਫਾਈਟ ਕਰਨੀ ਹੈ ਔਰ ਮੇਰਾ ਨਹੀਂ ਖਿਆਲ ਕਿ ਕੋਈ ਕਿਸੇ ਨੂੰ ਡਰਾ ਸਕਦਾ ਮੈਂ ਇਕੱਲਾ ਹੀ ਬੋਲਦਾ ਰਹਿਣਾ ਸਾਰੇ ਪੰਜਾਬ 'ਚ ਇਹਨਾਂ ਦੀ ਕੀ ਹਿੰਮਤ ਹੈ ਮਤਲਬ ਇੱਕ ਦਿਨ ਤੁਹਾਨੂੰ ਜੇਲ੍ਹ 'ਚ ਬੰਦ ਕਰ ਦੇਣਗੇ 2 ਦਿਨ ਕਰ ਦੇਣਗੇ 4 ਦਿਨ ਮੈਂ ਕੋਈ ਸਮੈਕ ਫੀਮ ਥੋੜ੍ਹੀ ਵੇਚਦਾ ਕਿ ਮੈਨੂੰ ਇਹ ਸਾਲਾਂ ਬਾਅਦ ਅੰਦਰ ਭੇਜ ਦੇਣਗੇ ਉਸ ਤੋਂ ਬਾਅਦ ਇਹਨਾਂ ਦੇ ਵਾਜੇ ਵਜਾ ਦਿਆਂਗਾ ਮੈਂ ਮਤਲਬ ਤੁਸੀਂ ਆਪਣੇ ਮਨ 'ਚ ਇਹ ਸੋਚ ਕੇ ਚੱਲੋ ਕਿ ਇੱਕ ਪੀੜ੍ਹੀ ਨੂੰ ਕੁਰਬਾਨੀ ਦੇਣੀ ਪੈਣੀ ਹੈ ਕਈ ਲੋਕ ਮੈਂ ਮਤਲਬ ਸੁਣਦਾ ਮੈਨੂੰ ਫੇਸਬੁੱਕ ਤੇ ਕਰਨਗੇ ਕਿਉਂ ਦਈਏ ਜੀ ਕੁਰਬਾਨੀ ਉਹ ਇਸ ਕਰਕੇ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਸੌਖੀ ਹੋ ਜੇ ਅੱਜ ਮੇਰਾ ਬੱਚਾ ਪੜ੍ਹ ਲਿਖ ਜਾਵੇ ਉਹ ਮਤਲਬ ਵੈਲ ਕੁਆਲੀਫਾਈ ਹੋਵੇ ਔਰ ਮਤਲਬ ਸਭ ਤੋਂ ਵੱਧ ਹੁਸ਼ਿਆਰ ਹੋਵੇ ਮੈਂ ਉਹਦੀ ਨੌਕਰੀ ਲੈਣੀ ਹੈ ਤੇ ਮੈਨੂੰ ਕਿਸੇ ਐਮਐਲਏ ਐਮਪੀ ਦੇ ਤਰਲੇ ਕੱਢਣੇ ਪੈਣਗੇ ਕਮ ਸੇ ਕਮ ਇੱਕ ਪੀੜ੍ਹੀ ਕੁਰਬਾਨੀ ਦਊਗੀ ਇੱਕ ਸਾਫ਼ ਸੁਥਰੀ ਲੀਡਰਸ਼ਿਪ ਆ ਜੂਗੀ ਸਾਡੇ ਬੱਚਿਆਂ ਨੂੰ ਜਿਹੜੇ ਲੀਡਰਾਂ ਦੇ ਤਲਵੇ ਨਹੀਂ ਚੱਟਣੇ ਪੈਣਗੇ ਇਸ ਕਰਕੇ ਮਤਲਬ ਡੂੰਗੀ ਸੱਟ ਮਾਰੀ ਆ ਜਾਮ ਲੋਕਾਂ ਨੂੰ ਮੈਂ ਤੇ ਕਹਿ ਰਿਹਾ ਮੈਂ ਥਾਂ ਦੇ ਉੱਤੇ ਲੋਕਾਂ ਨੂੰ ਕਹਿਣਾ ਕਿ ਬੱਚਾ ਮਰ ਗਿਆ ਰੋਵਾਂਗੇ 4 ਦਿਨ ਖਬਰਾਂ ਬਣਨਗੀਆਂ ਮਨਦੀਪ ਸਿੰਘ ਮੰਨਾ ਵੀ ਇੱਕ ਦਿਨ ਆਇਆ ਮਤਲਬ 2-4 ਬੰਦੇ ਹੋਰ ਆਉਣਗੇ ਕੁਝ ਸਿਆਸਤ ਚਮਕਾਉਣਗੇ ਕੁਝ ਲੋਕਾਂ ਨੂੰ ਮੈਸੇਜ ਦੇਣਗੇ ਉਸ ਤੋਂ ਬਾਅਦ ਮਤਲਬ ਕਿਸੇ ਨੇ ਪੁੱਛਣਾ ਇਹਦੇ ਨਾਲੋਂ ਚੰਗਾ ਹੈ ਕਿ ਇਹ ਸਿਸਟਮ ਸੁਧਾਰਿਆ ਜਾਵੇ ਰਲ ਮਿਲ ਕੇ ਇਹਦੇ ਖਿਲਾਫ ਲੜਾਈ ਲੜੀ ਜਾਵੇ ਮੈਂ ਸਾਰੇ ਨੌਜਵਾਨਾਂ ਨੂੰ ਜਗ੍ਹਾ ਦੇ ਉੱਤੇ ਅਪੀਲ ਕਰਦਾ ਕਿ ਦੇਖੋ ਇੱਕ ਪੀਐਨ ਦੀ ਨੌਕਰੀ ਲੈਣੀ ਹੋਵੇ ਨਾ ਇੱਕ ਪੀਐਨ ਦੀ ਨੌਕਰੀ ਤੇ 4-5 ਤਰੀਕੇ ਦੇ ਤੁਹਾਡੇ ਟੈਸਟ ਹੁੰਦੇ ਨੇ ਫਿਜ਼ੀਕਲੀ ਮੈਂਟਲੀ ਮਤਲਬ ਐਜੂਕੇਸ਼ਨਲ ਟੈਸਟ ਇੰਟਰਵਿਊਜ਼ ਔਰ ਫਿਰ ਜਾ ਕੇ ਤੁਹਾਨੂੰ ਕਿਤੇ ਸਿਫਾਰਿਸ਼ ਦੇ ਨਾਲ ਨੌਕਰੀ ਮਿਲਦੀ ਹੈ ਤੇ ਜੇ ਕਿਸੇ ਨੇ ਪੋਲੀਟੀਸ਼ੀਅਨ ਬਣਨਾ ਇੱਕ ਸਿੰਗਲ ਟੈਸਟ ਦੱਸ ਦਿਓ ਮੈਨੂੰ ਇਤਿਹਾਸ ਦੇ ਵਿੱਚ ਲਿਖਿਆ ਹੋਵੇ ਨਾ ਤੁਹਾਡਾ ਮੈਡੀਕਲ ਨਾ ਤੁਹਾਡਾ ਐਜੂਕੇਸ਼ਨ ਟੈਸਟ ਕੋਰਾ ਅਨਪੜ੍ਹ ਬੰਦਾ ਵੀ ਮੰਤਰੀ ਬਣ ਜਾਂਦਾ ਔਰ ਸਾਡੇ ਸਮਾਜ 'ਚ ਹੈਗੇ ਨੇ ਮਤਲਬ ਬਿਮਾਰੀਆਂ ਨਾਲ ਜੂਝ ਰਿਹਾ ਬੰਦਾ ਇਹ ਵੀ ਪਤਾ ਹੁੰਦਾ ਕਿ ਬਾਈ ਇਲੈਕਸ਼ਨਸ ਆਉਂਦੀਆਂ ਨੇ ਨਾ ਤੁਹਾਡੇ ਕ੍ਰਿਮੀਨਲ ਬੈਕਗ੍ਰਾਉਂਡ ਹੁੰਦਾ ਤਾਂ ਵੀ ਬਣਦਾ ਮੈਂ ਦੱਸ ਰਿਹਾ ਕਿ ਮਤਲਬ ਕਰੈਕਟਰ ਵੀ ਨਹੀਂ ਦੇਖਦਾ ਤੁਹਾਡਾ ਕੋਈ ਤੁਸੀਂ ਨੌਕਰੀ ਲੈਣੀ ਤੁਹਾਡਾ ਕਰੈਕਟਰ ਸਰਟੀਫਿਕੇਟ ਚੈੱਕ ਹੁੰਦਾ ਇਹਦੇ ਵਿੱਚ ਤੇ ਤੁਹਾਡਾ ਕਰੈਕਟਰ ਵੀ ਕੋਈ ਨਹੀਂ ਦੇਖਦਾ ਬਸ ਇਹ ਦੱਸਣਾ ਜ਼ਰੂਰੀ ਕਰ ਦਿੱਤਾ ਇਲੈਕਸ਼ਨ ਕਮਿਸ਼ਨ ਨੇ ਕਿ ਤੁਹਾਡੇ ਉੱਤੇ ਕੇਸ ਕਿੰਨੇ ਰਜਿਸਟਰਡ ਨੇ ਫਖਰ ਨਾਲ ਦੱਸੋ ਆ ਯੂਪੀ ਬਿਹਾਰ 'ਚ ਜਾਓ 20 ਕੇਸ ਨੇ ਆ ਸਾਡੇ ਮੇਰੇ ਖਿਆਲ ਕੱਲ੍ਹ ਦੀ ਡਿਟੇਲ ਸੀਗੀ ਕਿ 165 ਦੇ ਕਰੀਬ ਜਿਹੜੇ ਕੇਸ ਉਹ ਸਾਡੇ ਐਮਐਲਏਜ਼ ਐਮਪੀ ਦੇ ਉੱਤੇ ਚੱਲ ਰਹੇ ਨੇ ਕਰੈਕਟਰ ਤੁਹਾਡਾ ਕੋਈ ਨਾ ਚੈੱਕ ਕਰੇ ਮਤਲਬ ਮੈਡੀਕਲ ਤੁਹਾਡਾ ਕੋਈ ਨਾ ਚੈੱਕ ਕਰੇ ਐਜੂਕੇਸ਼ਨ ਤੁਹਾਡੀ ਕੋਈ ਨਾ ਚੈੱਕ ਕਰੇ ਫਿਜ਼ੀਕਲ ਤੁਹਾਨੂੰ ਕੋਈ ਨਾ ਚੈੱਕ ਕਰੇ ਤੇ ਫਿਰ ਤੁਹਾਨੂੰ ਜੇ ਸਿਆਸਤਦਾਨ ਜੇ ਬਣ ਸਕਦੇ ਹੋ ਕਿਉਂ ਨਹੀਂ ਬਣਦੇ ਨੌਕਰੀ ਲੈਣ ਲਈ 4-5 ਤਰੀਕੇ ਦੇ ਟੈਸਟ ਨਹੀਂ ਔਰ ਸਿਆਸਤਦਾਨ ਬਣਨਾ ਕਿੱਡਾ ਔਖਾ ਨੇਤਾ ਬਣਨਾ ਕਿੱਡਾ ਔਖਾ ਇੱਕ ਸਿੰਪਲ ਜਿਹਾ ਫਾਰਮੂਲਾ ਹੈ ਕਿ ਅੱਜ ਤੁਸੀਂ ਇੱਥੇ ਆਏ ਹੋ ਤੁਸੀਂ ਗਲੀ ਸਵੇਰੇ ਸੋਸ਼ਲ ਮੀਡੀਆ ਦੇਖੋ ਅੱਜ ਕੱਲ੍ਹ ਤੇ ਹਰ ਘਰ ਦੇ ਵਿੱਚ ਮਤਲਬ ਤੁਸੀਂ ਐਕਟਿਵ ਹੋ 4 ਫੋਨ ਨੇ ਅਖਬਾਰ ਆਉਂਦੀ ਹੈ ਆਪਣੇ ਲਾਗੇ ਚਾਗੇ ਦਾ ਕੋਈ ਇਸ਼ੂ ਦੇਖੋ ਉੱਥੇ ਡਟ ਕੇ ਖੜੇ ਹੋ ਜਾਓ ਜਾ ਕੇ ਤੇ ਤੁਸੀਂ ਨੇਤਾ ਹੋ ਸਮਾਜ ਦੇ ਬੱਚੇ ਸਾਡੇ ਕੀ ਕਰਨਾ ਪਸੰਦ ਕਰਦੇ ਆ ਕਿ 2 ਘੰਟੇ ਫਲਾਣੀ ਗਲੀ ਬਾਹਰ ਖਲੋ ਜਾਂਦੇ ਆ ਉਹ ਪਾਰਕ 'ਚ ਤਾਸ਼ ਖੇਡ ਲੈਂਦੇ ਆ ਉੱਥੇ ਚਲੇ ਜਾਂਦੇ ਆ ਮਤਲਬ ਸਮਾਜ ਨੂੰ ਸੇਧ ਦੇਣ ਵਾਲਾ ਕੰਮ ਜਾਂ ਇਹਦੀ ਅਗਵਾਈ ਦੇਣ ਵਾਲਾ ਕਰਨ ਵਾਲਾ ਕੰਮ ਨਹੀਂ ਕਰਦੇ ਸਿਆਸਤ ਇੰਨੀ ਸੌਖੀ ਹੈ ਫਿਰ ਇਹ ਬੱਚੇ ਕਰਨਾ ਕਿਉਂ ਨਹੀਂ ਚਾਹੁੰਦੇ ਇਹਦੇ ਵਿੱਚ ਤੇ ਮਤਲਬ ਪਾਬੰਦੀ ਕੋਈ ਨਹੀਂ ਔਰ ਪੋਲੀਟੀਸ਼ੀਅਨ ਦੇਖੋ ਮੈਂ ਫਿਰ ਆਪਣੀ ਗੱਲ 'ਤੇ ਆਉਣ ਲੱਗਾ ਕਿ ਕਦੀ ਮੈਡੀਕਲ ਟੈਸਟ ਹੋਇਆ ਕਿ ਇਸ ਬੰਦੇ ਨੇ 5 ਸਾਲ ਕੱਢਣੇ ਵੀ ਹੈਗੇ ਨੇ ਕਿ ਨਹੀਂ ਮਤਲਬ ਇਹ ਇਲੈਕਸ਼ਨ ਦਾ ਬੋਝ ਸਾਡੇ ਤੇ ਪਾ ਕੇ ਨੇ 3 ਸਾਲਾਂ 'ਚ ਨਹੀਂ ਮਰ ਜਾਣਾ ਜਦੋਂ ਇੰਨੀ ਸੌਖੀ ਤੇ ਇੰਨੀਆਂ ਸਹੂਲਤਾਂ ਨੇ ਇਹਦੇ ਵਿੱਚ ਤੇ ਤੁਸੀਂ ਬੱਚਿਆਂ ਨੂੰ ਰਾਜਨੇਤਾ ਬਣਨਾ ਪਊਗਾ ਔਰ ਬੱਚੇ ਬਣਨਾ ਕਿਉਂ ਨਹੀਂ ਚਾਹੁੰਦੇ ਨੇਤਾ ਮੈਂ ਵੀ ਤੁਹਾਨੂੰ ਦੱਸ ਦਵਾਂ ਕਮੀ ਕਿਉਂ ਹੈ ਅਕਸ ਐਡਾ ਖਰਾਬ ਹੈ ਕਿ ਮੈਂ ਕੀ ਤੁਸੀਂ ਕੀ ਜਿੰਨੀ ਮਰਜ਼ੀ ਇਮਾਨਦਾਰੀ ਨਾਲ ਕੰਮ ਕਰੋ 4 ਲੋਕ ਸਾਨੂੰ ਸੁਣਾਉਣਗੇ 4 ਲੋਕ ਕਹਿਣਗੇ ਚੋਰ ਨੇ ਕਿਉਂਕਿ ਇਹਦੀ ਪਰਿਭਾਸ਼ਾ ਹੀ ਚੇਂਜ ਹੋ ਚੁੱਕੀ ਹੈ ਕਿ ਇਹ ਸਿਆਸਤਦਾਨ ਸਾਰੇ ਚੋਰ ਨੇ ਔਰ ਇਹ ਪਰਿਭਾਸ਼ਾ ਉਨੀ ਦੇਰ ਤੱਕ ਨਹੀਂ ਚੇਂਜ ਹੋ ਸਕਦੀ ਜਿੰਨਾ ਚਿਰ ਚੰਗੇ ਘਰਾਂ 'ਚੋਂ ਟੀਚਰਾਂ ਦੇ ਬੱਚੇ ਵੱਡੇ ਅਫਸਰਾਂ ਦੇ ਬੱਚੇ ਇਮਾਨਦਾਰ ਅਫਸਰਾਂ ਦੇ ਬੱਚੇ ਮਤਲਬ ਜਿਹੜੇ ਇੰਡਸਟਰੀਲਿਸਟ ਨੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਬੱਚੇ ਜਿੰਨਾ ਚਿਰ ਆਮ ਘਰਾਂ ਦੇ ਵਿੱਚੋਂ ਲੋਕ
ਸਿਆਸਤ ਦੇ ਵਿੱਚ ਨਹੀਂ ਆਉਂਦੇ ਤੇ ਪ੍ਰੋਫੈਸ਼ਨਲ ਲੋਕ ਸਾਡੇ ਤੇ ਰਾਜ ਕਰ ਰਹੇ ਨੇ ਔਰ ਲੁੱਟ ਲਏ ਨੇ ਵਾਰੀ-ਵਾਰੀ, ਮਤਲਬ ਸਾਨੂੰ ਲੁੱਟਿਆ ਜਾ ਰਿਹਾ। ਅਸੀਂ ਜਾਣਾ ਕਿੱਥੇ ਆ? ਮੈਂ ਬੱਚਿਆਂ ਨੂੰ ਅਪੀਲ ਕਰਦਾ, ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਰਾਜਨੀਤੀ ਦਾ ਹਿੱਸਾ ਬਣੋ। ਇਸ ਤੋਂ ਬਿਨਾਂ ਤੁਹਾਡੇ ਕੋਲ ਕੋਈ ਹੱਲ ਨਹੀਂ ਬਚਿਆ। ਤੁਸੀਂ ਹੁਣ ਵੀ ਰੋ ਰਹੇ ਹੋ, ਇੰਨੇ ਸਾਲਾਂ ਤੋਂ 15-20 ਸਾਲ ਤੋਂ ਹੁਣ ਰੋ ਰਹੇ ਆ, 15-20 ਸਾਲ ਤੁਸੀਂ ਅੱਗੋਂ ਰੋਣਾ। ਤੁਹਾਡੇ ਬੱਚੇ ਛੋਟੇ-ਛੋਟੇ ਨੇ, ਇਹਨਾਂ ਵੀ ਲੀਡਰਾਂ ਦੇ ਤਲਵੇ ਹੀ ਚੱਟਦੇ ਫਿਰਨਾ। ਸੋ ਸਿਆਸਤ ਦਾ ਹਿੱਸਾ ਬਣੋ, ਇਹਦੀ ਕਮਾਂਡ ਆਪ ਸੰਭਾਲੋ, ਇਸ ਸੂਬੇ ਦੀ ਅਗਵਾਈ ਕਰੋ, ਇਸ ਦੇਸ਼ ਦੀ ਅਗਵਾਈ ਕਰੋ। ਪ੍ਰੋਫੈਸ਼ਨਲ ਲੋਕ ਪਾਸੇ ਹੋਣੇ ਚਾਹੀਦੇ ਨੇ, ਕਿਉਂਕਿ ਉਹ ਤੇ ਟੀਚਾ ਲੈ ਕੇ ਆਉਂਦੇ ਨੇ ਕਿ ਮੈਂ ਪਿਛਲੀ ਵਾਰੀ ਮੰਤਰੀ ਰਿਹਾ, ਮੇਰਾ ਟੀਚਾ 100 ਕਰੋੜ ਦਾ ਸੀਗਾ। ਹਰ ਕਾਰੋਬਾਰੀ ਕਰਦਾ ਕਿ ਇਸ ਸਾਲ ਮੇਰੀ ਟਰਨਓਵਰ 100 ਕਰੋੜ ਸੀ, ਅਗਲੀ ਵਾਰੀ ਮੈਂ 200 ਕਰਨੀ। ਉਹ ਟੀਚਾ ਇਹ ਪੋਲੀਟੀਸ਼ੀਅਨ ਲੈ ਕੇ ਆਉਂਦੇ ਨੇ, ਸਾਰਾ ਕੁਝ ਲੁੱਟ ਕੇ ਤੇ ਆਪਣੇ ਘਰ ਦੇ ਵਿੱਚ ਲੈ ਜਾਂਦੇ ਨੇ। ਸਾਡੇ ਬੱਚਿਆਂ ਦਾ ਮਤਲਬ ਭਵਿੱਖ ਕਿੱਥੇ ਜਾਣਾ, ਸਾਡਾ ਰੈਵਨਿਊ ਕਿੱਥੋਂ ਵਧਣਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਮਾਜ ਦੇ ਵਿੱਚ ਇਹੋ ਜਿਹੀਆਂ ਖੁਦਕੁਸ਼ੀਆਂ ਬੰਦ ਹੋ ਸਕਣ। ਬਿਲਕੁਲ ਠੀਕ ਹੈ। ਜੇ ਅੱਜ ਅਸੀਂ ਆਪਣੇ ਹੱਕਾਂ ਤੋਂ ਵਾਂਝੇ ਹਾਂ ਤਾਂ ਉਸ ਦੇ ਪਿੱਛੇ ਅਸੀਂ ਆਪ ਜ਼ਿੰਮੇਵਾਰ ਹਾਂ। ਅਸੀਂ ਅਜਿਹੀਆਂ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾਉਣਾ ਚਾਹੁੰਦੇ ਜਿੱਥੇ ਇੱਕ ਪਿਤਾ ਨੇ ਆਪਣੇ ਬੱਚੇ ਨੂੰ ਖੋ ਦਿੱਤਾ, ਇੱਕ ਪੁੱਤ ਨੇ ਆਪਣੇ ਪਿਤਾ ਨੂੰ ਖੋ ਦਿੱਤਾ, ਇੱਕ ਮਾਂ ਆਪਣਾ ਪੁੱਤ ਖੋ ਚੁੱਕੀ ਹੈ। ਇਸ ਤਰ੍ਹਾਂ ਨੌਜਵਾਨ ਆਪਣੀਆਂ ਜ਼ਿੰਦਗੀਆਂ ਖਤਮ ਨਾ ਕਰਨ, ਇਹੀ ਅਪੀਲ ਕਰਦੇ ਹਾਂ। ਤਾਂ ਜਾਗਣਾ ਜ਼ਰੂਰੀ ਹੈ, ਆਪਣੇ ਹੱਕਾਂ ਨੂੰ ਲੈ ਕੇ ਜਾਗਰੂਕ ਹੋਣਾ ਜ਼ਰੂਰੀ ਹੈ, ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਬੇहद ਜ਼ਰੂਰੀ ਹੈ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।